दीन दुनिया दे मालिक सतगुरु श्री गुरु ग्रंथ साहिब सच्चे पातशाह जी के चरणों विच सुभाएमान सत्कारयोग सन्मानयोग साध संगत जी, आप जी वडभागी हो। हर रोज़ शाम के दीवान विच गुरु दरबार विच हाज़री भर के जीवन सफल कर दे। घट बड़े सुखमणी साहब बाणी जो कि गुरु अर्जन देव पातशाह जी ने उच्चारण की, अज आपां तीसरी अष्टपदी का अखीरला अद्धा हिस्सा समझण का यतन करांगे। विशेष तौर पर इन्हां शब्दां विच गुरु अर्जन देव पातशाह जी ने इस धरती की ऐसी शख्सियत जिन्हें रब नाल प्यार करके अपने आप नूं उहदे विच अभेद कीता, एक मिक हो गया, पानी विच पानी मिलिया, जिसनूं गुरबाणी विच गुरमुख गुरसिख साधु ब्रह्म ज्ञानी संत हरिजन कई प्रकार के नाम नाल संबोधित किया है। उन्हां दी समर्था ते वडियाई अज दे शब्दां विच सच्चे पातशाह जी बयान कर रहे ने। कहंदे जे कोई ऐसे साधुआं कोल अपने मन विच भावना प्यार मन साबत लैके चला जाए ते उन्हां साधुआं कोलों मनुख नूं चार पदार्थां दी प्राप्ति हुंदी है। ये चार पदार्थ जीवन दी जरूरत हन। भावें कि गुरबाणी अंदर परमात्मा दे प्यारियां कोल सर्व प्रकार दे पदार्थ होण दी गल कीती है, केवल चार नहीं। क्योंकि ज्यों-ज्यों मनुख परमात्मा नाल सांझ पाउंदा है, जिथे उसनूं अंदर दीयां ताकतां मन दा टिका, मन दा सरूर, जिंदगी दा स्वाद, बेपरवाही बेचिंतताई अते होर भी ना गिणियां जाण वालियां दातां प्राप्त हुंदियां ने, उत्थे उस मनुख कोल बाहरी पदार्थ भी आ जांदे ने। उहदी रसना विच बल है, जो कुछ वो बोलेगा वापरन की संभावना है, वो होएगा। जिवें कि अज आप जी ने बाहर गुरु ग्रंथ साहिब सच्चे पातशाह जी का हुक्मनामा पढ़िया। ये ठीक है, साधु की वडियाई बहुत है, पर गुरबाणी विच नाल नाल ओदी होंद उस शख्सियत का जीवन भी बयान किया गया। वो किवें दा जिहदे कोलों चार पदार्थ मिलते ने, ओदी जिंदगी की विलक्षणता की है। गुरु अमरदास पातशाह ने, गुरु ग्रंथ साहिब महाराज जी ने अज जो सवेरे इत्थे हुक्म बख्शिया, ਉਹਦੇ ਵਿੱਚ ਉਹਦੇ ਜੀਵਨ ਦੀ ਸ਼ਖਸੀਅਤ ਨੂੰ ਦਰਸਾਉਂਦੇ ਹੋਏ ਕਹਿਣ ਲੱਗੇ ਕਿ ਚਾਰ ਪਦਾਰਥ ਜਿਵੇਂ ਆਪਾਂ ਕਹਿ ਸਾਧੂਆਂ ਕੋਲੋਂ ਮਿਲਦੇ ਨੇ, ਉਹ ਕਿਵੇਂ ਦਾ ਹੈ। ਗੁਰੂ ਅਮਰਦਾਸ ਜੀ ਕਹਿੰਦੇ ਨੇ, ਬ੍ਰਹਮ ਬਿੰਦਾ ਹੈ ਤਿਸ ਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵ ਲਾਏ। ਉਹਨਾਂ ਸਾਧੂਆਂ ਦੀ ਨਿਸ਼ਾਨੀ ਹੈ ਕਿ ਬ੍ਰਹਮ ਬਿੰਦਾ ਹੈ। ਬ੍ਰਹਮ ਦਾ ਅਰਥ ਹੈ ਪਰਮਾਤਮਾ, बिंदा का अर्थ जानना, तिस दा ब्रह्मत रहे। ये ब्रह्मत की है? अंदर दी शक्ति, जिहड़ी आम बंदे दी साडी बाहर गवाच जाती, उन्हां दी बाहर नहीं गवाचती। ब्रह्मत किस नूं कहंदे ने? वैसे अर्थ दे कीते ने ब्रह्मपुणा। उस बंदे दा ब्रह्मपुणा यानी कि उहदे शरीर दी, उहदे मन दी
ਉਹਦੀ ਆਤਮਾ ਦੀ ਸ਼ਕਤੀ ਅੰਦਰ ਇਕੱਠੀ ਹੋ ਜਾਂਦੀ ਏ, ਜਿਹੜੀ ਆਮ ਬੰਦੇ ਦੀ ਗਵਾਚ ਜਾਂਦੀ ਹੈ। ਉਹ ਆਪਣੇ ਅੰਦਰ ਇੱਕ ਖਜ਼ਾਨਾ ਇਕੱਠਾ ਕਰ ਲੈਂਦਾ ਹੈ। ਫਿਰ ਉਹ ਖਜ਼ਾਨਾ ਐਸਾ ਹੈ, ਜੋਤ ਵਰਗਾ, ਦੀਵੇ ਵਰਗਾ ਹੈ। ਉਸ ਜੋਤ ਵਿੱਚੋਂ, ਉਸ ਦੀਵੇ ਵਿੱਚੋਂ ਲੱਖਾਂ ਦੀਵੇ ਉਹ ਜਗਾਦਾ ਹੈ ਤੇ ਉਹਦੀ ਆਪਣੀ ਅੱਗ ਕਦੀ ਨਹੀਂ ਘਟਦੀ। ਦੂਸਰਿਆਂ ਦੇ ਦੀਵੇ ਜਗਦੇ ਨੇ, ਆਪਣਾ ਉਹਦਾ ਘਟੇਗਾ ਨਹੀਂ। ਜਿਹਦੇ ਅੰਦਰ ਪਰਮਾਤਮਾ ਦੇ ਪਿਆਰ ਦਾ ਦੀਵਾ ਜਗ ਪਿਆ, ਉਸ ਨੂੰ ਖਤਰਾ ਨਹੀਂ ਘਟਣ ਦਾ। ਅਸੀਂ ਜੋ ਲੋਕ ਡਰਨੇ ਆ ਸਾਡੇ ਕੋਲੋਂ ਕੁਝ ਘਟ ਨਾ ਜਾਏ, ਸਾਡੇ ਕੋਲੋਂ ਕੁਝ ਨਿਕਲ ਨਾ ਜਾਏ, ਅਸਲ ਵਿੱਚ ਸਾਡੇ ਕੋਲ ਕੋਈ ਆਪਣੀ ਹੀ ਬਣਾਈ ਹੋਈ ਕਮਾਈ ਦੀ ਇੱਕ ਹੋਂਦ ਹੋਵੇਗੀ, ਜੋ ਅਸੀਂ ਖੁਦ ਛੋਟੇ ਜਿਹੇ ਯਤਨ ਨਾਲ ਇਕੱਠਾ ਕਰ ਲਿਆ। ਉਹਦਾ ਸਾਨੂੰ ਡਰ ਹੈ ਔਰ ਉਹ ਗਵਾਚ ਵੀ ਜਾਂਦੀ ਹੈ। ਪਰ ਜਿੱਦਣ ਅਸੀਂ ਅਕਾਲ ਪੁਰਖ ਨੂੰ ਆਪਣੇ ਅੰਦਰ ਰਾਹ ਦੇ ਦਿੱਤਾ, ਉਸ ਨੂੰ ਸੱਦਾ ਦੇ ਦਿੱਤਾ, ਉਹਨੂੰ ਆਮੰਤਰਿਤ ਕਰ ਲਿਆ, ਆਪਣੇ ਕੋਲ ਬੁਲਾ ਲਿਆ, ਦਰਵਾਜ਼ਾ ਖੋਲ੍ਹ ਦਿੱਤਾ ਬਈ ਤੁਸੀਂ ਮੇਰੇ ਘਰ ਵਿੱਚ ਆਓ। ਜਿੱਦਣ ਉਸ ਨੂੰ ਰਾਹ ਦੇ ਦਿੱਤਾ ਆਪਣੇ ਜੀਵਨ ਵਿੱਚ, ਆਪਣੇ ਮਨ ਵਿੱਚ, ਤੇ ਜਦੋਂ ਖੁਦ ਆਉਂਦਾ ਹੈ, ਉਹਦੇ ਨਾਲ ਉਹਦੇ ਸਰਬ ਪ੍ਰਕਾਰ ਦੇ ਖਜ਼ਾਨੇ ਵੀ ਉਸ ਮਨੁੱਖ ਵਿੱਚ ਆ ਜਾਂਦੇ। ਫਿਰ ਸਾਧ ਸੰਗਤ ਉਹ ਇੱਕ ਕੇਵਲ ਇੰਜ ਕਹਿ ਲਓ ਕਿ ਵਰਤਾਵਾ ਬਣ ਜਾਂਦਾ ਹੈ, ਵਰਤਾਉਣ ਵਾਲਾ ਹੈ। ਉਹਦੇ ਖਜ਼ਾਨੇ ਵਿੱਚ ਕਦੀ ਕਮੀ ਨਹੀਂ ਆਏਗੀ। ਇਸ ਕਰਕੇ ਬ੍ਰਹਮਤ ਕੀ ਹੈ, ਸਾਧੂ ਕੌਣ ਹੈ? ਭਾਈ ਗੁਰਦਾਸ ਜੀ ਨੇ ਸਾਧੂ ਦੀ ਵਿਆਖਿਆ ਕੀਤੀ। ਉਹ ਕਹਿੰਦੇ ਨੇ, 9 ਦੁਆਰੇ ਸਾਧ, ਸਾਧ ਸਦਾਇਆ। ਸਾਧ ਉਦੋਂ ਬੰਦਾ ਸਦਾਉਂਦਾ ਹੈ, ਸਾਧੂ ਉਦੋਂ ਬਣਦਾ ਹੈ ਜਦੋਂ ਆਪਣੇ 9 ਦਰਵਾਜ਼ਿਆਂ ਨੂੰ ਸਾਧ ਲੈਂਦਾ ਹੈ। 9 ਦਰਵਾਜ਼ੇ ਜਿਹੜੇ ਅੱਖਾਂ, ਨਾਸਕਾ, ਰਸਨਾ, ਕੰਨ ਆਦਿਕ, ਅਸੀਂ ਸਾਰੇ ਇਹਨਾਂ ਦੇ ਰਸਾਂ ਵਿੱਚ ਫਸੇ ਰਹਿੰਦੇ ਹਾਂ। ਸਾਡੇ ਕੰਨ ਹਮੇਸ਼ਾ ਲੱਭਦੇ ਰਹਿੰਦੇ ਨੇ ਆਪਣੀ ਉਸਤਤ ਨੂੰ, ਔਰ ਜੇ ਨਿੰਦਿਆ ਹੋਵੇ ਤੇ ਸਹਿਣ ਨਹੀਂ ਕਰਦੇ। ਉਹ ਇਹਨਾਂ ਦੋਵਾਂ ਤੋਂ ਉੱਚਾ ਹੈ, ਜਿਸ ਨੂੰ ਸਾਧ ਕਿਹਾ ਹੈ। ਜੇ ਵਡਿਆਈ ਕਰੇ ਤਾਂ ਵੀ ਉਸ ਨੂੰ ਕੋਈ ਫਰਕ ਨਹੀਂ, ਜੇ ਨਿੰਦਿਆ ਕਰੇ ਤਾਂ ਵੀ ਕੋਈ ਫਰਕ ਨਹੀਂ। ਉਹਦੀ ਦ੍ਰਿਸ਼ਟੀ 2 ਅੱਖਾਂ ਵਾਲੀ ਨਹੀਂ। ਅੱਗੇ ਜਾ ਕੇ ਸ਼ਬਦ ਆਉਣਗੇ ਸੁਖਮਣੀ ਸਾਹਿਬ ਦੇ ਵਿੱਚ, ਜਿਹਦੇ ਵਿੱਚ ਪਰਮਾਤਮਾ ਦੇ ਪਿਆਰੇ ਦੀ ਇੱਕ ਨੇਤਰ, ਇੱਕ ਅੱਖ ਦਾ ਜ਼ਿਕਰ ਕੀਤਾ। ਸਦਾ ਨਿਹਾਰੈ ਏਕੋ ਨੇਤਰੇ, ਇੱਕ ਨੇਤਰ ਨਾਲ ਵੇਖਦੇ ਨੇ। ਰਸਨਾ ਉਹਨਾਂ ਦੀ ਸੰਸਾਰ ਦੇ ਰਸਾਂ ਤੋਂ ਉੱਚੀ ਹੈ। ਇਸ ਤਰ੍ਹਾਂ ਸਰਬ ਪ੍ਰਕਾਰ ਦੇ ਜਿਹੜੇ ਜੀਵਨ ਦੇ ਰਸ ਨੇ, ਸਰੀਰ ਦੇ ਰਸ ਨੇ, ਉਹਨਾਂ ਤੋਂ ਉੱਚਾ ਉੱਠ ਕੇ ਭਾਈ ਗੁਰਦਾਸ ਜੀ ਕਹਿੰਦੇ ਨੇ, 9 ਦੁਆਰੇ ਸਾਧ, ਸਾਧ ਸਦਾਇਆ। ਉਹ ਸਾਧੂ ਬਣ ਗਿਆ। ਉਸੇ ਨੂੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਬ੍ਰਹਮ ਬਿੰਦਾ ਹੈ। ਪਹਿਲੀ ਨਿਸ਼ਾਨੀ ਇਹ ਕਿ ਉਹ ਬ੍ਰਹਮ ਨੂੰ ਜਾਣਦਾ ਹੈ, ਉਹਦੀ ਇਹ ਨਿਸ਼ਾਨੀ ਹੈ। ਬ੍ਰਹਮ ਬਿੰਦਾ ਦਾ ਅਰਥ ਹੈ ਜਾਣਨਾ। ਜਾਣਨਾ ਦਾ ਅਰਥ ਹੈ ਜਦੋਂ ਉਹਨੂੰ ਜਪਦਾ, ਉਹਨੂੰ ਪ੍ਰਤੀਤ ਹੁੰਦਾ ਮੈਂ ਉਹਦੇ ਨਾਲ ਜੁੜਿਆ ਹੋਇਆ। ਇੱਥੇ ਜਾਣਨ ਦੇ ਅਰਥ ਸਮਝਨੇ ਨਾ ਕਰਨਾ ਕਿ ਕੋਈ ਵਿਅਕਤੀ ਕਿਸੇ ਸ਼ਬਦ ਦੇ ਅਰਥ ਸਿੱਖ ਲੈਂਦਾ, ਉਹ ਪਰਮਾਤਮਾ ਨੂੰ ਜਾਣ ਲੈਂਦਾ, ਜਾਂ ਕੋਈ ਵੇਦ ਪੜ੍ਹ ਲੈਂਦਾ, ਕੋਈ ਕਿਤਾਬ ਪੜ੍ਹ ਲੈਂਦਾ, ਕੋਈ ਗ੍ਰੰਥ ਆਪਣੇ ਧਰਮ ਦਾ ਪੜ੍ਹਦਾ ਹੈ ਤੇ ਉਹਨੂੰ ਪੜ੍ਹ ਕੇ ਪਰਮਾਤਮਾ ਦੇ ਸਰੂਪ ਦੇ ਅਰਥ ਬੜੇ ਲੰਬੇ ਸਿੱਖ ਲੈਂਦਾ। ਚੰਗੀ ਗੱਲ ਹੈ, ਮਾੜੀ ਨਹੀਂ। ਉਹ ਅਰਥ ਸਿੱਖਣੇ ਵੀ ਚੰਗੇ ਨੇ, ਪਰ ਉੱਥੇ ਜੇ ਰੁਕ ਗਿਆ ਆਦਮੀ ਕਿ ਮੈਂ ਅੱਖਰੀ ਅਰਥ ਸਿੱਖੇ ਤੇ ਮੈਂ ਧਾਰਮਿਕ ਬਣ ਗਿਆ, ਇਹ ਉਹਦੀ ਗਲਤ ਫਹਿਮੀ ਹੈ। ਜਾਣਨ ਦਾ ਅਰਥ ਹੈ ਪ੍ਰਤੀਤ ਕਰਨਾ। ਪ੍ਰਤੀਤ ਦਾ ਮਤਲਬ ਹੈ ਜਿਵੇਂ ਅਸੀਂ ਠੰਡ ਪ੍ਰਤੀਤ ਕਰਨੇ ਆ। ਠੰਡ ਨੂੰ ਪੜ੍ਹਿਆ ਨਹੀਂ ਜਾਂਦਾ, ਉਹ ਸਿਰਫ ਲੱਗਦੀ ਹੀ ਸਾਨੂੰ, ਪ੍ਰਤੀਤ ਕੀਤਾ ਜਾਂਦਾ। ਜਿਵੇਂ ਭੁੱਖ ਨੂੰ ਬੰਦਾ ਪ੍ਰਤੀਤ ਕਰਦਾ, ਉਹਨੂੰ ਪੜ੍ਹਿਆ ਨਹੀਂ ਜਾਂਦਾ, ਉਹਦੇ ਅਰਥ ਕੋਈ ਨਹੀਂ ਹੁੰਦੇ। ਜੇ ਕੋਈ ਕਹੇ ਤੈਨੂੰ ਭੁੱਖ ਲੱਗੀ, ਇਹਦੀ ਕਥਾ ਕਰਕੇ ਸੁਣਾ ਭੁੱਖ ਦੀ ਘੰਟਾ, ਉਹ ਕਹੇਗਾ ਇਹਦੀ ਕਥਾ ਕੋਈ ਨਹੀਂ, ਰੋਟੀ ਲਿਆਓ ਮੈਂ ਖਾਣੀ ਹੈ। ਜਿਵੇਂ ਪਿਆਸ ਲੱਗੀ ਤੇ ਪਿਆਸ ਅੰਦਰ ਕਿਸੇ ਥਾਂ ਤੇ ਸਾਨੂੰ ਫੀਲਿੰਗ ਪ੍ਰਤੀਤ ਹੁੰਦੀ ਹੈ ਕਿ ਪਿਆਸ ਲੱਗੀ ਹੋਈ ਹੈ, ਉਹ ਜਾਣਨਾ ਹੈ ਬ੍ਰਹਮ ਬਿੰਦਾ ਹੈ। ਬਿੰਦਾ ਦਾ ਅਰਥ ਜਾਣਨਾ ਹੈ, ਸਮਝਣਾ ਨਹੀਂ। ਸਮਝਣਾ ਹੋਰ ਹੈ। ਇਸ ਲਈ ਇਹ ਛੋਟੇ ਛੋਟੇ ਨੁਕਤੇ ਨੇ, ਭਾਵੇਂ ਅਸੀਂ ਕਹੀਏ ਵੀ ਇਹਨਾਂ ਨੂੰ ਸਮਝਣ ਦੀ ਲੋੜ ਨਹੀਂ। ਜੇ ਅਸੀਂ ਸਮਝੇ ਨਾ ਤੇ ਅਸੀਂ ਕਈ ਵਾਰੀ ਸਮਝਣ ਨੂੰ ਜਾਣਨਾ ਕਹਿ ਦਿੰਦੇ ਹਾਂ। ਜਾਣਨਾ ਹੋਰ ਚੀਜ਼ ਹੈ, ਬੁੱਝਣਾ ਹੋਰ ਚੀਜ਼ ਹੈ।
ਇਹ ਛੋਟੀਆਂ-ਛੋਟੀਆਂ ਅਵਸਥਾਵਾਂ ਨੇ ਮਨ ਦੀਆਂ, ਜਿੰਨਾ ਚਿਰ ਅਸੀਂ ਇਹਨਾਂ ਨੂੰ ਸਮਝਦੇ ਨਹੀਂ, ਅਸੀਂ ਉੱਥੇ ਰੁਕ ਕੇ ਹੀ ਬੜਾ ਸਮਾਂ ਆਪਣਾ ਗਵਾ ਦਿੰਦੇ। ਤਾਂ ਬ੍ਰਹਮ ਬਿੰਦਾ ਹੈ, ਜਿਨਨੇ ਬ੍ਰਹਮ ਨੂੰ ਆਪਣੇ ਨਾਲ ਲੱਗਦਾ ਹੋਇਆ ਮਹਿਸੂਸ ਕਰ ਲਿਆ, ਵੇਖਿਆ ਉਸਨੇ, ਉਹਨੂੰ ਭੋਗ ਕੇ, ਉਸ ਨੂੰ ਹੰਢਾ ਕੇ ਉਹਨੂੰ ਕਹੀਏ ਕਿ ਇਹ ਬ੍ਰਹਮ ਗਿਆਨੀ, ਇਹ ਸਾਧੂ ਬ੍ਰਹਮ ਬਿੰਦਾ ਹੈ। ਤੇ ਜਦੋਂ ਉਹਨੇ ਜਾਣਿਆ, ਫਿਰ ਤਿਸ ਦਾ ਬ੍ਰਹਮਤ ਰਹਿ, ਉਹਦਾ ਬ੍ਰਹਮਪੁਣਾ, ਉਹਦੀ ਜੀਵਨ ਸ਼ਕਤੀ ਅੰਦਰ ਰਹਿਣ ਲੱਗ ਪੈਂਦੀ, ਰਹਿ ਦਾ ਅਰਥ ਟਿਕ ਜਾਂਦੀ। ਫਿਰ ਉਹਨੂੰ ਕੀ ਉਹਦੀ ਨਿਸ਼ਾਨੀ ਹੋਰ ਦੱਸੀ, ਕਹਿੰਦੇ ਏਕ ਸ਼ਬਦ ਲਿਵ ਲਾਏ, ਉਹ ਆਪਣੇ ਅੰਦਰ ਨਿਰੰਤਰ ਚੱਲ ਰਿਹਾ ਇੱਕ ਸ਼ਬਦ ਦੇ ਵਿੱਚ ਧਿਆਨ ਨੂੰ ਜੋੜੀ ਰੱਖਦਾ, ਨਿਰੰਤਰ ਗੁਰੂ ਕੇ ਸ਼ਬਦ ਦੀ ਕਮਾਈ ਕਰਦਾ, ਬਾਣੀ ਪੜ੍ਹਦਾ, ਨਿਤਨੇਮ ਕਰਦਾ, ਅੰਮ੍ਰਿਤ ਵੇਲੇ ਜਾਗਦਾ ਹੈ ਔਰ ਗੁਰਬਾਣੀ ਸੁਣਦਾ ਹੈ, ਕੀਰਤਨ ਸੁਣਦਾ। ਫਿਰ ਸਹਿਜੇ ਇਹਦਾ ਰੂਪ ਬਦਲ ਕੇ ਉਹ ਇੱਕ ਸ਼ਬਦ ਬਣ ਜਾਂਦਾ, ਇੱਕ ਸ਼ਬਦ, ਇੱਕ ਧੁਨ ਵਿੱਚ ਆਪਣਾ ਧਿਆਨ ਲਾਈ ਰੱਖਦਾ, ਉਹਦੇ ਪਿਆਰ ਵਿੱਚ ਜਿਉਂਦਾ। ਉਸ ਨੂੰ ਕਹਿੰਦੇ ਏਕ ਸ਼ਬਦ ਲਿਵ ਲਾਏ। ਉਹਨੂੰ ਫਿਰ ਕੀ ਮਿਲਦਾ ਹੈ? ਹਜ਼ੂਰ ਗੁਰੂ ਅਮਰਦਾਸ ਕਹਿੰਦੇ ਨਵ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰੈ। ਹੁਣ ਇੱਥੇ ਧਿਆਨ ਦੇਣਾ, ਪਿੱਛੇ ਲੱਗੀਆਂ ਫਿਰੈ। ਜਿਵੇਂ ਕਿਸੇ ਇੱਕ ਆਦਮੀ ਨੂੰ ਦੂਜੇ ਨਾਲ ਕੰਮ ਹੋਵੇ ਨਾ, ਸਾਨੂੰ ਕਿਸੇ ਵੱਡੇ ਬੰਦੇ ਨਾਲ ਕੰਮ ਪੈ ਜਾਏ, ਉਹ ਨਹੀਂ ਸਾਨੂੰ ਸੱਦਦਾ, ਅਸੀਂ ਉਹਦੇ ਕੋਲ ਜਾਂਦੇ ਹੋ, ਇੱਕ ਥਾਂ ਤੋਂ ਉੱਠ ਕੇ ਦੂਜੇ ਤੇ ਅਸੀਂ ਉੱਥੇ ਚਲੇ ਗਏ, ਉੱਥੋਂ ਉੱਠਿਆ ਉਹਦੇ ਪਿੱਛੇ ਤੁਰੀ ਗਏ, ਉਹ ਪਰਵਾਹ ਹੀ ਨਹੀਂ ਕਰਦਾ। ਇਸ ਲਈ ਉਹਨਾਂ ਰਿੱਧੀਆਂ ਸਿੱਧੀਆਂ ਵਾਲਿਆਂ ਵਿੱਚ ਤੇ ਰੱਬ ਦੇ ਪਿਆਰਿਆਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਬਹੁਤੇ ਧਾਰਮਿਕ ਬੰਦੇ ਰਿੱਧੀਆਂ ਸਿੱਧੀਆਂ ਦੇ ਪਿੱਛੇ ਫਿਰਦੇ ਨੇ ਪਏ, ਉਹਨਾਂ ਦੇ ਜਪ ਤਪ ਤਾਂ ਨੇ, ਉਹਨਾਂ ਦੀਆਂ ਸਮਾਧੀਆਂ ਤਾਂ ਨੇ, ਉਹ ਤਾਂ ਸ਼ਬਦ ਪੜ੍ਹਦੇ ਨੇ, ਪਰ ਰੱਬ ਦੇ ਪਿਆਰੇ ਉਹਨਾਂ ਦੇ ਪਿੱਛੇ ਨਹੀਂ ਫਿਰਦੇ, ਰਿੱਧੀਆਂ ਸਿੱਧੀਆਂ ਪਿੱਛੇ ਲੱਗੀਆਂ ਫਿਰੈ। ਗੁਰੂ ਅਮਰਦਾਸ ਜੀ ਬਚਨ ਕਹਿੰਦੇ ਨੇ ਨਵ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰੈ। ਉਹ ਉਹਨਾਂ ਦੇ ਪਿੱਛੇ ਫਿਰਦੀਆਂ। ਬੜਾ ਵੱਡਾ ਫਰਕ ਪੈ ਗਿਆ। ਜੋ ਹਰ ਹਿਰਦੈ ਸਦਾ ਵਸਾਏ, ਤੇ ਜਿਨ੍ਹਾਂ ਕੋਲੇ ਖਜ਼ਾਨੇ ਆ ਗਏ। ਹੁਣ ਮੈਂ ਸ਼ਬਦ ਵੱਲ ਆਉਣ ਦਾ ਯਤਨ ਕਰਾਂ। ਸੰਸਾਰ ਦੇ ਲੋਕ ਫਿਰ ਉਹਨਾਂ ਕੋਲ ਜਾ ਕੇ, ਕਿਉਂਕਿ ਬੰਦਾ ਸਵਾਰਥੀ ਹੈ, ਕੁਝ ਨਾ ਕੁਝ ਮੰਗਦਾ, ਕੁਝ ਲੱਭਦਾ, ਕੁਝ ਇਕੱਠਾ ਕਰਨਾ ਚਾਹੁੰਦਾ। ਅਸਲ ਜੋ ਖਜ਼ਾਨਾ ਹੈ ਉਹਨੂੰ ਨਹੀਂ ਮੰਗਦਾ ਮਨੁੱਖ। ਬੜੇ ਘੱਟ ਨੇ ਜਿਹੜੇ ਅਸਲ ਖਜ਼ਾਨੇ ਨੂੰ ਮੰਗਦੇ ਨੇ। ਬਾਕੀ ਸਭ ਸੰਸਾਰ ਕੁਝ ਬਣਨਾ ਚਾਹੁੰਦੇ ਨੇ, ਕੋਈ ਚੀਜ਼ ਮੰਗਦੇ ਨੇ ਜਿਹਦੇ ਨਾਲ ਸਾਡੀ ਹੋਂਦ ਬਣ ਜਾਏ, ਸੰਸਾਰ ਵਿੱਚ ਅਸੀਂ ਪ੍ਰਗਟ ਹੋ ਜਾਈਏ। ਇਸ ਤਰ੍ਹਾਂ ਦੀ ਵੀ ਮੰਗ ਹੈ। ਜੇ ਕੋਈ ਸਾਧੂ ਕੋਲ ਸਾਧੂ ਸੁਭਾਅ ਚਲਾ ਜਾਏ ਤਾਂ ਉਹ ਸਾਧੂ ਹੋ ਸਕਦਾ। ਜੇ ਕੋਈ ਸੰਸਾਰੀ ਵਾਲੀ ਬਿਰਤੀ ਲੈ ਕੇ ਚਲਾ ਜਾਏ ਤੇ ਉਹ ਸੰਸਾਰੀ ਵੀ ਹੋ ਸਕਦਾ, ਬਣ ਜਾਂਦਾ, ਪਰ ਉਹਦੇ ਵਿੱਚ ਕੋਈ ਮਸਲਾ ਹੱਲ ਨਹੀਂ ਹੋਣਾ। ਇਸ ਕਰਕੇ ਚਾਰ ਪਦਾਰਥ ਜੇ ਕੋ ਮੰਗੈ, ਗੁਰੂ ਅਰਜਨ ਦੇਵ ਜੀ ਕਹਿੰਦੇ ਜੇ ਕੋਈ ਮਨੁੱਖ ਚਾਰੇ ਹੀ ਪਦਾਰਥ ਮੰਗੇ, ਇਕੱਠੇ ਮੰਗੇ, ਇੱਕ ਇੱਕ ਨਾ ਮੰਗੇ। ਉਹ ਮੈਂ ਥੋੜੇ ਜਿਹੇ ਕਹਿ ਦਿਆਂ। ਵਿਦਵਾਨਾਂ ਨੇ ਲਿਖੇ ਨੇ ਧਰਮ, ਅਰਥ, ਕਾਮ ਤੇ ਮੋਕਸ਼, ਇਹ ਚਾਰ ਪਦਾਰਥ ਕਹੇ ਗਏ ਨੇ। ਇਹਨਾਂ ਦੀ ਤਰਤੀਬ ਸਮਝ ਲੈਣ। ਧਰਮ, ਅਰਥ, ਕਾਮ ਤੇ ਮੋਕਸ਼। ਖਿਆਲ ਕਰਨਾ, ਕਾਮ ਦਾ ਅਰਥ ਹੈ ਇੱਛਾ, ਅੰਦਰ ਦੀ ਖਿੱਚ। ਜਿਵੇਂ ਅਸੀਂ ਕੁਝ ਚਾਹੁੰਦੇ ਹਾਂ ਉਹਨੂੰ ਕਹਿੰਦੇ ਕਾਮਨਾ। ਇਹਦੇ ਵਿੱਚ ਇੱਥੇ ਕਾਮ ਦੇ ਅਰਥ ਕੱਲਾ ਇਹ ਵਿਕਾਰ ਨਹੀਂ ਹੈ, ਕਾਮ ਦੇ ਅਰਥ ਕਾਮਨਾ ਹੈ। ਕਾਮਨਾ ਜਿਹਦੀ ਸੰਪੂਰਨ ਹੋ ਜਾਏਗੀ। ਕਾਮਨਾ ਪੂਰੀ ਕਰਨ ਵਾਸਤੇ ਕਿਹੜੀ ਚੀਜ਼ ਨਾਲ ਹੋਰ ਮੰਗੇ? ਧਰਮ ਮੰਗੇ। ਧਰਮ ਨਾਲ ਜ਼ਰੂਰੀ। ਧਰਮ, ਅਰਥ, ਕਾਮ ਤੇ ਮੋਕਸ਼। ਧਰਮ ਕੀ ਹੈ? ਧਰਮ ਦੋ ਪ੍ਰਕਾਰ ਦਾ, ਬਾਹਰੀ ਤੇ ਅੰਤਰੀਵ। ਆ ਜਿਹੜਾ ਗੁਰੂ ਸਾਹਿਬ ਸਾਨੂੰ ਬਖਸ਼ਿਸ਼ ਕੀਤਾ, ਵੇਸ ਬਖਸ਼ਿਸ਼ ਕੀਤਾ, ਅੰਮ੍ਰਿਤ ਦਿੱਤਾ, 5 ਕਕਾਰ ਦਿੱਤੇ ਨੇ, ਕੇਸ ਦਿੱਤੇ ਨੇ, ਨਿਤਨੇਮ, ਇਹ ਬਾਹਰਲਾ ਸਰੂਪ ਹੈ ਧਰਮ ਦਾ। ਅੰਦਰਲਾ ਸਰੂਪ ਹੈ ਰੱਬ ਨਾਲ ਜੁੜਨ ਦਾ ਤਰੀਕਾ, ਉਸ ਨੂੰ ਅੰਦਰਲਾ ਧਰਮ ਕਹਿੰਦੇ। ਇਸ ਕਰਕੇ ਧਰਮ ਮੰਗੇ ਉਹਨਾਂ ਕੋਲੋਂ ਜ਼ਰੂਰ। ਧਰਮ ਤੇ ਬੜੇ ਘੱਟ ਲੋਕ ਮੰਗਦੇ ਨੇ। ਆਪਣੇ ਅਸੀਂ ਵਿਸ਼ੇ ਲੈ ਕੇ, ਆਪਣਾ ਸੰਸਾਰ ਦਾ ਢੰਗ ਤਰੀਕਾ ਲੈ ਕੇ
ਅਸੀਂ ਲੋਕਾਂ ਇਸ ਤਰ੍ਹਾਂ ਦੇ ਥਾਵਾਂ ਤੇ ਜਾਂਦੇ ਹਾਂ ਕਿ ਸਾਡੀਆਂ ਸੰਸਾਰਕ ਸਿਰਫ ਜਿਹੜੀਆਂ ਲੋੜਾਂ ਨੇ ਪੂਰੀਆਂ ਹੋ ਜਾਣ। ਧਰਮ ਜਿਹੜਾ ਹੈ ਉਹ ਹੋਰ ਚੀਜ਼ ਹੈ। ਪਰਮਾਤਮਾ ਨਾਲ ਜੁੜਨ ਦੀ ਸਾਂਝ, ਉਹਦੇ ਨਾਲ ਸੰਬੰਧ ਬਣਾਉਣ ਵਾਸਤੇ ਕੁਝ ਵਿਰਲੇ ਲੋਕ ਜਾਂਦੇ ਤਾਂ ਕਹਿੰਦੇ ਧਰਮ ਤੇ ਕਾਮਨਾ ਉਹ ਪੂਰੀ ਹੋ ਜਾਂਦੀ। ਤੇ ਅਰਥ ਦਾ ਕੀ ਅਰਥ ਕਰਾਂਗੇ? ਉਹ ਪਹਿਲਾਂ ਹੀ ਅਰਥ ਹੈ। ਅਰਥ ਦਾ ਅਰਥ ਹੈ ਉੱਤਰ ਕਿਸੇ ਚੀਜ਼ ਦਾ। ਜਿਵੇਂ ਕੋਈ ਕੁਐਸਚਨ ਹੁੰਦਾ ਉਹਦਾ ਆਨਸਰ, ਉਹਨੂੰ ਅਰਥ ਕਹਿੰਦੇ ਨੇ। ਜਿਵੇਂ ਆਪਾਂ ਕਹਿੰਦੇ ਆ ਤੇਰੀ ਗੱਲ ਦਾ ਕੋਈ ਅਰਥ ਨਹੀਂ ਨਿਕਲਦਾ। ਉੱਤਰਮਾਲਾ ਜ਼ਿੰਦਗੀ ਦਾ ਅਰਥ ਕੀ ਹੈ? ਅਸੀਂ ਕਾਹਦੇ ਵਾਸਤੇ ਜਨਮੇ ਆ? ਉਹ ਅਰਥ ਲੱਭਣਾ ਸਾਧੂਆਂ ਕੋਲੋਂ। ਅਸੀਂ ਕਿਉਂ ਜਨਮੇ? ਅਸੀਂ ਕੀ ਕਰਨਾ? ਉਹ ਅਰਥ ਸਿੱਖਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ। ਜ਼ਿੰਦਗੀ ਦੇ ਸਵਾਲ ਦਾ ਅਰਥ ਤੁਸੀਂ ਵੇਖੋਗੇ, ਆਦਮੀ ਇੱਕ ਖੋਜ ਕਰਦਾ ਰਹਿੰਦਾ, ਮੈਂ ਕਿਉਂ ਹਾਂ, ਮੈਂ ਕਿਉਂ ਬਣਿਆ, ਮੈਂ ਕੀ ਕਰਨ ਵਾਸਤੇ ਆਇਆ। ਉਹਨੂੰ ਕਹਿੰਦੇ ਨੇ ਉਹਦਾ ਉੱਤਰ ਲੱਭ ਲੈਣਾ ਕਿਤੇ ਅੰਦਰੋਂ ਹੀ ਗੁਰੂ ਕਿਰਪਾ ਦੁਆਰਾ। ਉਹਨੂੰ ਕਹਿੰਦੇ ਅਰਥ ਦੀ ਪ੍ਰਾਪਤੀ ਹੋ ਗਈ। ਅਰਥ ਦਾ ਮਤਲਬ ਜਿਵੇਂ ਬਹੁਤ ਵੱਡਾ ਸਵਾਲ ਤੇ ਅਖੀਰ ਤੇ ਉਹਦਾ ਛੋਟਾ ਜਿਹਾ ਅਰਥ ਹੁੰਦਾ ਉੱਤਰ। ਸਾਡੀ ਜ਼ਿੰਦਗੀ ਦਾ ਅਰਥ ਕੀ ਹੈ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਉਹਦਾ ਹਿਸਾਬ ਕਿਤਾਬ ਦੱਸਦੇ। ਅਸੀਂ ਕਿਉਂ ਜਨਮੇ ਆ? ਅਸੀਂ ਕਾਹਦੇ ਵਾਸਤੇ ਆਏ ਆ? ਔਰ ਸਾਡੇ ਅਰਥ ਤੇ ਠੀਕ ਨੇ, ਪਰ ਜਿਹੜਾ ਸਵਾਲ ਹੈ ਅਸੀਂ ਵਿੱਚੋਂ ਗਲਤ ਕਰ ਜਾਂਦੇ ਆ। ਤੁਸੀਂ ਵੇਖਿਆ ਹੋਵੇਗਾ ਪੁਰਾਣੇ ਸਮੇਂ ਵਿੱਚ ਆਪ ਪੜ੍ਹੇ ਹੋਵੋਗੇ, ਮੈਥ ਹਿਸਾਬ ਦੀ ਕਿਤਾਬ ਹੁੰਦੀ ਹੈ। ਪਹਿਲਾਂ ਉਹਦੇ ਲੈਸਨ ਹੁੰਦੇ ਨੇ, ਬਾਅਦ ਵਿੱਚ ਉਹਦੀ ਉੱਤਰਮਾਲਾ ਹੁੰਦੀ ਹੈ। ਪ੍ਰਸ਼ਨਾਂ ਦੇ ਉੱਤਰ ਦਿੱਤੇ ਹੁੰਦੇ ਨੇ, ਪਿੱਛੇ ਕੀ ਉੱਤਰ ਆਉਂਦਾ। ਤਾਂ ਕਈ ਵਿਦਿਆਰਥੀ ਗਲਤ ਠੀਕ ਸਵਾਲ ਕਰਕੇ ਪਿੱਛੋਂ ਉੱਤਰਮਾਲਾ ਵਿੱਚੋਂ ਉੱਤਰ ਵੇਖ ਕੇ ਤੇ ਥੱਲੇ ਨੀਚੇ ਲਿਖ ਦਿੰਦੇ ਵੀ ਇਹਦਾ ਉੱਤਰ ਆ ਗਿਆ। ਪਰ ਜਦੋਂ ਟੈਸਟ ਕੀਤਾ ਜਾਂਦਾ ਉਹ ਗਲਤ ਨਿਕਲਦਾ ਹੈ। ਉੱਤਰ ਭਾਵੇਂ ਠੀਕ, ਪਰ ਜਿਹੜੀਆਂ ਰਕਮਾਂ ਵਿੱਚ ਜੋੜੀਆਂ ਸਨ, ਜਿਹੜਾ ਪ੍ਰੋਸੀਜਰ ਸੀ ਉਸ ਸਵਾਲ ਨੂੰ ਕੱਢਣ ਦਾ, ਉਹ ਗਲਤ ਸੀ, ਬਣਾਇਆ ਹੋਇਆ ਸੀ, ਅਵਾ ਤਵਾ ਲਿਖਿਆ ਹੋਇਆ ਸੀ। ਉੱਤਰ ਭਾਵੇਂ ਪਿੱਛੋਂ ਪੜ੍ਹ ਕੇ ਨਕਲ ਕਰਕੇ ਲਿਖ ਦਿੱਤਾ। ਇਸ ਤਰ੍ਹਾਂ ਉੱਤਰ ਤੇ ਸਾਨੂੰ ਵੀ ਬੜੇ ਬੜੇ ਠੀਕ ਆਉਂਦੇ ਨੇ। ਸੱਚ ਬੋਲਣਾ ਚਾਹੀਦਾ, ਅਸੀਂ ਸਾਰੇ ਕਹਿੰਦੇ ਹਾਂ। ਇਹ ਪਿੱਛੋਂ ਪੜ੍ਹੇ ਹੋਏ ਨੇ ਉੱਤਰਮਾਲਾ ਵਿੱਚੋਂ, ਅਸੀਂ ਕੱਢੇ ਨਹੀਂ ਆਪਣੀ ਜ਼ਿੰਦਗੀ ਵਿੱਚੋਂ। ਅਸੀਂ ਬੜੀਆਂ ਚੰਗੀਆਂ ਚੰਗੀਆਂ ਗੱਲਾਂ ਦੂਸਰਿਆਂ ਨੂੰ ਸੁਣਾ ਦਿੰਦੇ ਹਾਂ, ਇਸ ਤਰ੍ਹਾਂ ਕਰਨਾ ਚਾਹੀਦਾ, ਇਹ ਕਰਨਾ ਚਾਹੀਦਾ। ਇਹ ਸਾਰੇ ਪੜ੍ਹੇ ਹੋਏ ਉੱਤਰ ਨੇ, ਕੱਢੇ ਹੋਏ ਨਹੀਂ। ਬੜਾ ਫਰਕ ਹੈ। ਪੜ੍ਹੇ ਹੋਏ ਨੇ ਉੱਤਰਮਾਲਾ ਵਿੱਚੋਂ, ਉਹ ਕਹਿ ਦਿੰਦੇ ਆ ਜੀ ਇਹ ਅਰਥ ਨੇ ਇਸ ਸ਼ਬਦ ਦੇ, ਇਹ ਸਾਖੀ ਇਸ ਤਰ੍ਹਾਂ ਹੈ ਜੀ, ਗੁਰੂ ਸਾਹਿਬ ਨੇ ਇਸ ਤਰ੍ਹਾਂ ਕਿਹਾ ਸੀ, ਸਾਨੂੰ ਇਸ ਤਰ੍ਹਾਂ ਕਰਨਾ ਚਾਹੀਦਾ। ਇਹ ਸਾਰੇ ਉੱਤਰ ਨੇ ਅਸੀਂ ਸਿੱਖ ਲਏ, ਕਮਾਏ ਨਹੀਂ। ਜਿਨ੍ਹਾਂ ਨੇ ਮਿਹਨਤ ਕਰਕੇ ਕਮਾ ਕੇ ਆਪ ਵਿੱਚੋਂ ਸਵਾਲ ਦੇ ਵਿੱਚੋਂ ਜਵਾਬ ਕੱਢਿਆ, ਉਹਨਾਂ ਦੇ ਸਵਾਲ ਠੀਕ ਨਿਕਲੇ। ਪਰਖੇ ਗਏ ਉਹਦੇ ਘਰ ਦੇ ਵਿੱਚ, ਉਹਨਾਂ ਦੇ ਸਵਾਲ ਠੀਕ ਨਿਕਲੇ, ਉਹ ਪਾਸ ਹੋ ਗਏ, ਉਹ ਪ੍ਰਵਾਨ ਹੋ ਗਏ। ਦੂਸਰੇ ਆਪਾਂ ਸਾਰੇ ਨਕਲੀ ਉੱਤਰਾਂ ਵਾਲੇ ਫੇਲ ਹਾਂ। ਇਸ ਕਰਕੇ ਧਰਮ ਨੂੰ ਸਿਰਫ ਗੱਲਾਂ ਵਿੱਚ ਨਹੀਂ ਸਿੱਖ ਲੈਣਾ ਚਾਹੀਦਾ, ਉਹਨੂੰ ਕਰਕੇ ਵੇਖਣਾ ਚਾਹੀਦਾ, ਹੁੰਦਾ ਵੀ ਇਹ ਕਿ ਨਹੀਂ। ਇਸ ਦਾ ਕਮਾ ਕੇ ਵੇਖਣਾ ਚਾਹੀਦਾ। ਤਾਂ ਚਾਰ ਪਦਾਰਥ ਜਦੋਂ ਇਹਨਾਂ ਵਿੱਚੋਂ ਧਰਮ ਵੀ ਪਹਿਲਾਂ ਆਪਾਂ ਸਾਧੂਆਂ ਕੋਲੋਂ ਮੰਗਿਆ, ਰੱਬ ਦੇ ਪਿਆਰਿਆਂ ਤੋਂ, ਫਿਰ ਅਰਥ ਮੰਗ ਲਿਆ ਵੀ ਸਾਡੀ ਜ਼ਿੰਦਗੀ ਦਾ ਅਰਥ ਕੀ ਹੈ। ਤਾਂ ਉਹਨਾਂ ਨੇ ਅਰਥ, ਕਿਉਂਕਿ ਉਹ ਤੇ ਆਈ ਇਸ ਵਾਸਤੇ ਨੇ, ਉਹ ਆਪਣਾ ਅਰਥ ਦੱਸ ਦਿੰਦੇ ਨੇ ਆਦਮੀ ਨੂੰ, ਉਹ ਕੰਮ ਕਰ ਦਿੰਦੇ ਨੇ। ਜੇ ਕੋਈ ਚਾਹੇ ਤਾਂ ਉਹ ਕਿਹੜਾ ਅਰਥ ਦੱਸਦੇ ਨੇ, ਉਹਨਾਂ ਦੀ ਡਿਊਟੀ ਕੀ ਲੱਗੀ ਹੋਈ ਹੈ। ਸਾਧੂ ਦੀ ਕੀ ਡਿਊਟੀ, ਗੁਰਮੁਖਾਂ ਦੀ ਕੀ ਡਿਊਟੀ ਹੈ। ਉਹਨਾਂ ਦੀ ਡਿਊਟੀ ਪਰਮਾਤਮਾ ਨੇ ਲਾਈ ਹੈ। ਉਹਨਾਂ ਦਾ ਕੰਮ ਇੱਕੋ ਕਿ ਜਨ ਆਵਨ ਕਾ ਇਹ ਸੁਭਾਉ, ਜਨ ਕੈ ਸੰਗ ਚਿਤ ਆਵੈ ਨਾਉ। ਸਾਧੂ ਹੋਵੇ, ਜੇ ਸਾਧੂ ਕੋਲ ਬੈਠਿਆਂ ਰੱਬ ਚੇਤੇ ਨਹੀਂ ਆਇਆ ਤੇ ਉਹਨੂੰ ਟੈਸਟ ਕਰਾਉਣਾ ਚਾਹੀਦਾ, ਵਿੱਚ ਕਮੀ ਰਹਿ ਗਈ, ਕੱਚਾਪਣ ਹੈਗਾ। ਜੇ ਉਹ ਕੋਲ ਬੈਠਿਆਂ ਹੋਰ ਕੁਝ ਚੇਤਾ ਆਈ ਜਾਂਦਾ, ਹੋਰ ਕੁਝ ਯਾਦ ਆਈ ਜਾਂਦਾ, ਨੁਕਸ ਹੈ ਕਿਤੇ। ਉਹਦੀ ਨਿਸ਼ਾਨੀ ਇਹ ਹੈ ਜਿਹਨੂੰ ਸਾਹਿਬ ਕਹਿੰਦੇ ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ।
ਜਨ ਆਵਨ ਕਾ ਇਹ ਹੈ ਸੁਭਾਉ, ਜਨ ਕੈ ਸੰਗ ਚਿਤ ਆਵੈ ਨਾਉ। ਉਹਦੇ ਕੋਲ ਨਾਮ ਚਿਤ ਆਵੇਗਾ, ਹੋਰ ਕੁਝ ਚੇਤੇ ਨਹੀਂ ਆਏਗਾ। ਇਹ ਉਹਦੀ ਸਭ ਤੋਂ ਵੱਡੀ ਨਿਸ਼ਾਨੀ ਗੁਰੂ ਗ੍ਰੰਥ ਸਾਹਿਬ ਜੀ ਨੇ ਦੱਸੀ। ਤਾਂ ਉਹਨੇ ਅਰਥ ਦੱਸ ਦਿੱਤਾ ਵੀ ਜੁੜਨਾ ਹੈ, ਜੁੜਨਾ ਹੈ ਅਰਥ। ਸਿਰਫ ਇਹ ਕਹਿ ਦੇਣਾ ਵੀ ਰੱਬ ਨਾਲ ਜੁੜੋ, ਇਹ ਨਕਲੀ ਉੱਤਰ ਹੈ। ਕਮਾਈ ਕਰਕੇ ਤੇ ਅਰਦਾਸ ਕਰਕੇ ਜੁੜਨਾ ਅਸਲੀ। ਜਦੋਂ ਜੁੜ ਗਿਆ ਫਿਰ ਪਤਾ ਲੱਗਾ ਕੀ ਹੈ। ਇਸ ਕਰਕੇ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ, ਗੱਲ ਕਰ ਦਿੱਤੀ, ਉਹ ਗੱਲ ਨਾਲ ਸੰਪੂਰਨਤਾ ਨਹੀਂ ਹੁੰਦੀ ਜਿੰਨਾ ਚਿਰ ਉਹਨੂੰ ਕਮਾਉਂਦੇ ਨਹੀਂ। ਤਾਂ ਜਿਹਨੂੰ ਅਰਥ ਧਰਮ ਮਿਲ ਗਿਆ, ਉਹਨੂੰ ਜ਼ਿੰਦਗੀ ਦਾ ਅਰਥ ਲੱਭ ਗਿਆ। ਅਰਥ ਕੀ ਹੈ? ਜੁੜਨਾ ਅਰਥ ਹੈ। ਉੱਥੇ ਪਹੁੰਚ ਗਿਆ, ਜੁੜ ਹੀ ਗਿਆ, ਉੱਤਰ ਨਿਕਲ ਆਇਆ। ਤੇ ਜਦੋਂ ਜੁੜ ਗਿਆ ਫਿਰ ਕਾਮ ਦੀ ਪ੍ਰਾਪਤੀ ਹੋ ਗਈ, ਇੱਛਾ ਪੂਰੀ ਹੋ ਗਈ। ਜਿਨ ਇੱਛਾ ਸਭ ਉਜਾਈਆਂ, ਕਾਮ ਵੀ ਚੌਥਾ ਤੀਸਰਾ ਪਦਾਰਥ ਮਿਲ ਗਿਆ। ਤੇ ਜਦੋਂ ਇਹ ਤਿੰਨੇ ਹੋ ਗਏ, ਧਰਮ, ਅਰਥ, ਕਾਮ ਤੇ ਮੋਕਸ਼, ਤਾਂ ਫਿਰ ਸਿੱਟਾ ਹੈ, ਉਹ ਆਪਣੇ ਆਪ ਸਦਾ ਹੀ ਰਹਿੰਦਾ ਹੈ। ਮੋਕਸ਼ ਕੋਈ ਪਦਾਰਥ ਨਹੀਂ, ਵੈਸੇ ਉਹ ਅਵਸਥਾ ਹੈ, ਉਹ ਬਣੀ ਰਹਿੰਦੀ ਨਿਰੰਤਰ। ਬੰਦੇ ਦਾ ਜਿਹੜਾ ਬੁਨਿਆਦੀ ਸਾਡਾ ਸੁਭਾਅ ਹੈ ਉਹ ਮੁਕਤੀ ਹੈ। ਮੁਕਤੀ ਲੱਭਣੀ ਨਹੀਂ ਪੈਂਦੀ, ਬੰਦੇ ਦਾ ਸੁਭਾਅ ਹੈ ਜਦੋਂ ਉਹਦੇ ਵਿੱਚ ਟਿਕ ਜਾਏ, ਅਸੀਂ ਸਭ ਕੁਝ ਕਰ ਲਿਆ ਤੇ ਮੁਕਤੀ ਆਪ ਹੀ ਆ ਗਈ। ਮੁਕਤੀ ਦਾ ਅਰਥ ਬੇਪਰਵਾਹੀ, ਨਾ ਦੁੱਖ ਦੀ, ਨਾ ਸੁੱਖ ਦੀ, ਨਾ ਇੱਜ਼ਤ ਦੀ, ਨਾ ਹੋਰ ਕਿਸੇ ਚੀਜ਼, ਨਾ ਕਿਸੇ ਚੀਜ਼ ਦੀ ਪਕੜ ਨਹੀਂ ਰਹਿੰਦੀ, ਉਹਨੂੰ ਕਹਿੰਦੇ ਮੁਕਤੀ ਆ ਗਈ। ਇਸ ਕਰਕੇ ਸਾਹਿਬ ਕਹਿੰਦੇ ਚਾਰ ਪਦਾਰਥ ਜੇ ਕੋ ਮੰਗੈ। ਜੇ ਕੋਈ ਆਪਣੀ ਜ਼ਿੰਦਗੀ ਵਿੱਚ ਚਾਰ ਪਦਾਰਥ ਮੰਗੇ, ਉਹਨੂੰ ਕੀ ਕਰਨਾ ਚਾਹੀਦਾ? ਸਾਹਿਬ ਕਹਿੰਦੇ ਸਾਧ ਜਨਾ ਕੀ ਸੇਵਾ ਲਾਗੈ। ਸਾਧ ਜਨਾ ਇੱਥੇ ਬਹੁ ਵਚਨ ਹੈ, ਬਹੁਤੇ ਸਾਧੂ, ਉਹਨਾਂ ਦੀ ਸੇਵਾ ਕਰੇ, ਗੁਰਮੁਖਾਂ ਦੀ ਸੇਵਾ ਕਰੇ। ਸੇਵਾ ਦਾ ਮਤਲਬ ਭਾਵਨਾ ਰੱਖੇ, ਹਰ ਪ੍ਰਕਾਰ ਦੀ ਸੇਵਾ ਕਰੇ। ਫਿਰ ਅੱਗੇ ਦੂਸਰੀ ਗੱਲ ਕਹੀ, ਕਹਿੰਦੇ ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ। ਜੀਵਨ ਕਿਉਂਕਿ ਦੋ ਚੀਜ਼ਾਂ ਦਾ ਮਿਲ ਕੇ ਬਣਿਆ, ਦੁੱਖ ਔਰ ਸੁੱਖ, ਦੋ ਰਹਿਣਗੇ ਵਿੱਚ, ਨਹੀਂ ਤੇ ਜ਼ਿੰਦਗੀ ਚੱਲਦੀ ਨਹੀਂ। ਜਿਹੜੇ ਦੁੱਖ ਸੁੱਖ ਤੋਂ ਪਾਰ ਗਏ ਹੋ ਗਏ, ਉਹਨਾਂ ਦੀ ਜ਼ਿੰਦਗੀ ਪੜ੍ਹ ਕੇ ਵੇਖੋ। ਜਿਹੜੇ ਰੱਬ ਨਾਲ ਜੁੜ ਗਏ, ਸਰੀਰ ਤਾਂ ਫਿਰ ਉਹਨਾਂ ਦਾ ਵੈਸੇ ਹੀ ਰਹਿੰਦਾ, ਇੱਕ ਨਾਲ ਖਿੱਚੀ ਫਿਰਦੇ ਉਸ ਨੂੰ। ਜੇ ਸੰਸਾਰਕ ਪੱਧਰ ਤੇ ਜਿਉਣਾ ਹੈ ਤੇ ਉੱਥੇ ਜੇ ਸੁੱਖ ਲੈਣਾ ਹੈ ਤੇ ਦੁੱਖ ਨਾਲ ਆਏਗਾ ਜ਼ਰੂਰ, ਉਹਦੇ ਨਾਲ ਹੀ ਲੱਗਾ ਹੋਇਆ ਹੈ। ਅਸੀਂ ਇਹ ਨਹੀਂ ਕਹਿ ਸਕਦੇ ਵੀ ਰੁੱਖ ਲਾਉਣਾ ਹੈ ਤੇ ਛਾਂ ਨਹੀਂ ਹੋਣੀ ਚਾਹੀਦੀ। ਛਾਂ ਤੇ ਆਉਣੀ, ਫਿਰ ਛਾਂ ਨਾਲ ਸੰਬੰਧਿਤ ਰੁੱਖ ਹੈ, ਰੁੱਖ ਨਾਲ ਛਾਂ ਜੁੜੀ ਹੋਈ ਹੈ। ਦੋਵੇਂ ਚੀਜ਼ਾਂ ਸੰਬੰਧ ਰੱਖਦੀਆਂ ਨੇ। ਪਰ ਕਈ ਵਾਰੀ ਕੀ ਹੁੰਦਾ ਕਿ ਦੁੱਖ ਜ਼ਿਆਦਾ ਹੋ ਜਾਂਦਾ। ਖਿਆਲ ਰੱਖਣਾ, ਥੋੜ੍ਹਾ ਜਿਹਾ ਦੁੱਖ ਜ਼ਿੰਦਗੀ ਦਾ ਸਮਾਧਾਨ ਹੈ, ਉਹਦੀ ਜ਼ਰੂਰਤ ਹੈ। ਪਰ ਕੀ ਹੁੰਦਾ, ਕਈ ਵਾਰੀ ਅਸੀਂ ਜ਼ਿੰਦਗੀ ਵਿੱਚ ਇਸ ਤਰ੍ਹਾਂ ਚੱਲ ਜਾਂਦੇ ਹਾਂ ਜਾਂ ਇਸ ਤਰ੍ਹਾਂ ਵਾਪਰ ਜਾਂਦਾ ਹੈ ਕਿ ਦੁੱਖ ਸਹਿਣ ਤੋਂ ਬਾਹਰ ਹੋ ਜਾਂਦਾ। ਉਹਨੂੰ ਫਿਰ ਹਟਾਉਣ ਦੀ ਗੱਲ ਕੀਤੀ ਗੁਰਬਾਣੀ ਵਿੱਚ, ਉਹ ਜ਼ਰੂਰੀ ਹੈ, ਉਹ ਠੀਕ ਨਹੀਂ। ਅਸੀਂ ਵੈਸੇ ਹੀ ਕਹੇ ਜੇ ਦੁੱਖ ਦਾਰੂ ਹੈ, ਜੇ ਤੁਸੀਂ ਇਹਦੇ ਵਿੱਚ ਹੀ ਕਰੋ, ਇਹ ਤੇ ਗੱਲਾਂ ਹੀ ਨੇ। ਸਾਧ ਸੰਗ ਜਦੋਂ ਆਏ ਉਦੋਂ ਪਤਾ ਲੱਗਦਾ, ਦੁੱਖ ਹਟਣਾ ਚਾਹੀਦਾ ਮਨੁੱਖ। ਠੀਕ ਹੈ, ਗੁਰੂ ਸਾਹਿਬ ਨੇ ਇਹ ਜਾਂਚ ਦੱਸੀ ਹਰ ਇੱਕ ਥਾਂ ਤੇ। ਸਤਿਗੁਰੂ ਕਹਿੰਦੇ ਇੱਕ ਤਰੀਕਾ ਲੱਭ, ਇੱਕ ਪੌੜੀ ਜਪਜੀ ਸਾਹਿਬ ਦੀ ਬੜਾ ਸੋਹਣਾ ਸਿਧਾਂਤ, ਬੜਾ ਸੋਹਣਾ ਸੂਤਰ ਦੇ ਦਿੱਤਾ। ਕਹਿਣ ਲੱਗੇ ਦੋ ਕੰਮ ਕਰੀ, ਪਿਆਰ ਨਾਲ ਸੁਣੀ ਰੱਬ ਦੇ ਨਾਮ ਨੂੰ, ਤੇ ਇੱਕ ਖਿਆਲ ਰੱਖੀ ਬਈ ਉਸ ਵੇਲੇ ਪਿਆਰ ਹੋਣਾ ਚਾਹੀਦਾ, ਖੁਸ਼ੀ ਹੋਣੀ ਚਾਹੀਦੀ ਤੇਰੇ ਵਿੱਚ, ਖੁਸ਼ੀ ਵਿੱਚ ਰਹਿਣਾ ਉਦੋਂ ਤੂੰ। ਐਵੇਂ ਨਾ ਕਿਤੇ ਮੱਥੇ ਤੇ ਵੱਟ ਜਾਏ ਪਾ ਕੇ ਬਾਣੀ ਪੜਨ ਲੱਗ ਪਏ। ਆ ਤੁਕ ਤੁਸੀਂ ਪੜ੍ਹਦੇ ਹੋ ਨਾ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਵਿਗਾਸ ਦਾ ਅਰਥ ਹੈ ਖੁਸ਼ੀ। ਕਹਿੰਦੇ ਜਦੋਂ ਤੂੰ ਸੁਣਨਾ ਹੈ ਖੁਸ਼ੀ ਨਾਲ ਸੁਣਨਾ, ਜਦੋਂ ਤੂੰ ਜਪਣਾ ਹੈ ਖੁਸ਼ੀ ਨਾਲ ਜਪਣਾ, ਭਾਵੇਂ ਬਾਹਰੋਂ ਹੀ ਬਣਾ ਕੇ ਮੁਦਰਾ ਹੀ ਬਣਾ, ਭਾਵੇਂ ਘੱਟੋ ਘੱਟ। ਆ ਸਾਡਾ ਕੋਈ ਦੋਸਤ ਮਿੱਤਰ ਆ ਜਾਏ, ਭਾਵੇਂ ਘਰ ਵਿੱਚ ਕਿੰਨਾ ਦੁੱਖ ਹੋਵੇ, ਬੰਦਾ ਲੜਿਆ ਝਗੜਿਆ ਹੋਵੇ, ਤਾਂ ਮੱਥੇ ਤੇ ਵੱਟ ਪਏ ਹੁੰਦੇ ਨੇ, ਗੇਟ ਖੋਲ੍ਹਦਿਆਂ ਸਾਰ ਹਾਂ ਜੀ ਕਿਵੇਂ ਆਇਓ ਪੂਰਾ ਹੱਸ ਕੇ ਵਿਖਾਉਂਦਾ ਹੈ। ਦੁੱਖ ਨਹੀਂ ਉਸ ਨੂੰ ਵਿਖਾਉਂਦਾ।
ਸੰਸਾਰੀ ਨੂੰ ਸਾਰਾ ਦੁੱਖ ਭੁਲਾ ਕੇ ਹੱਸ ਕੇ ਦਿਖਾ ਦਿੰਦਾ ਹੈ, ਤੇ ਜਦੋਂ ਗੁਰੂ ਗ੍ਰੰਥ ਸਾਹਿਬ ਕੋਲ ਆਉਂਦਾ ਸਾਰੇ ਦੁੱਖ ਇਕੱਠੇ ਕਰਕੇ ਮੂੰਹ ਇਸ ਤਰ੍ਹਾਂ ਬਣਾ ਲੈਂਦਾ। ਸਤਿਗੁਰੂ ਕਹਿੰਦੇ ਵੀ ਮੇਰੇ ਕੋਲ ਵੀ ਕਦੀ ਹੱਸ ਕੇ ਆਇਆ। ਇਹ ਵੀ ਇੱਕ ਤਰੀਕਾ ਹੈ। ਭਗਤ ਜੀ ਕਹਿੰਦੇ ਕਿ ਹਸਤ ਖੇਲਤ ਤੇਰੇ ਦੇਹੁਰੇ ਆਇਆ, ਕਦੀ ਖੁਸ਼ ਹੋ ਕੇ ਵੀ ਗੁਰੂ ਕੋਲ ਆਇਆ ਕਰ। ਸਾਰੀ ਉਮਰ ਦੁੱਖ ਹੀ ਨਾ ਸੁਣਾਈ ਜਾ, ਕਦੀ ਇਹ ਵੀ ਕਹਿ ਵੀ ਚਲੋ ਛੱਡੋ ਦੁੱਖਾਂ ਨੂੰ, ਮੈਂ ਵੈਸੇ ਹੀ ਆਇਆ ਇੱਕ ਵਾਰੀ, ਕੋਈ ਨਹੀਂ, ਦੁੱਖ ਵੇਖੀ ਜਾਏਗੀ ਜਦੋਂ ਜਿਵੇਂ ਚੱਲੇਗਾ। ਤਾਂ ਜਿਨ੍ਹਾਂ ਨੇ ਖੁਸ਼ੀ ਨਾਲ ਉਹਨੂੰ ਯਾਦ ਕੀਤਾ, ਦੁੱਖਾਂ ਨੂੰ ਭੁਲਾ ਕੇ ਕੀਤਾ, ਕਿਉਂਕਿ ਸਿਮਰਨ ਇੱਕ ਐਸੀ ਕਿਰਿਆ ਉਹਦੇ ਵਿੱਚ ਜਿਹੜੀ ਚੀਜ਼ ਨੂੰ ਅਸੀਂ ਸੋਚ ਵਿੱਚ ਰੱਖ ਕੇ ਕਰਨੇ ਆ, ਖਿਆਲ ਰੱਖਣਾ, ਉਹਦੇ ਵਧਣ ਦੀ ਸੰਭਾਵਨਾ ਹੈ, ਸਭ ਤੋਂ ਵੱਡਾ ਕਾਰਨ ਹੈ। ਸਿਮਰਨ ਇੱਕ ਐਸੀ ਕਿਰਿਆ ਹੈ ਜਿਹੜੀ ਚੀਜ਼ ਨੂੰ ਅਸੀਂ ਸੁਰਤ ਨਾਲ ਬੰਨ੍ਹ ਕੇ ਉਹ ਕਿਰਿਆ ਕਰਾਂਗੇ, ਸਿਮਰਨ ਕਰਾਂਗੇ, ਪਾਠ ਕਰਾਂਗੇ, ਇਹਦੇ ਵਿੱਚ ਖਤਰਾ ਹੈ ਕਿ ਉਹ ਚੀਜ਼ ਵੱਧ ਜਾਏਗੀ, ਜ਼ਿੰਦਗੀ ਵਿੱਚ ਵੱਧ ਸਕਦੀ ਹੈ। ਉਸ ਸਮੇਂ ਇਹ ਭਾਵਨਾ ਲੈ ਕੇ ਕਰਨਾ। ਤਾਂ ਹੀ ਤਾਂ ਕਹਿੰਦੇ ਨੇ ਕਿ ਤੁਸੀਂ ਧਿਆਨ ਕਰੋ, ਇੱਕ ਵਿਧੀ ਹੈ ਕਿ ਤੁਹਾਡਾ ਰੋਗ ਹਟ ਰਿਹਾ ਹੈ। ਸੋਚੋ, ਤੁਸੀਂ ਅੰਦਰ ਧਿਆਨ ਵਿੱਚ ਲਿਆਓ ਕਿ ਤੁਸੀਂ ਅਰੋਗ ਹੁੰਦੇ ਜਾ ਰਹੇ ਹੋ, ਤੁਸੀਂ ਠੀਕ ਹੁੰਦੇ ਜਾ ਰਹੇ ਹੋ, ਤੁਹਾਡਾ ਦਰਦ ਹਟਦਾ ਜਾ ਰਿਹਾ। ਇੱਕ ਪੈਥੀ ਹੈ, ਇੱਕ ਤਰੀਕਾ ਹੈ ਰੋਗ ਨੂੰ ਖਤਮ ਕਰਨ ਦਾ। ਇਸ ਤਰ੍ਹਾਂ ਦੇ ਤਰੀਕੇ ਨੇ। ਉਹ ਕਹਿੰਦੇ 15 ਮਿੰਟ ਰੋਜ਼ ਇਕੱਲੇ ਬਹਿ ਕੇ ਸੋਚੋ ਕਿ ਮੈਂ ਠੀਕ ਹਾਂ, ਮੈਂ ਠੀਕ ਹਾਂ, ਦੁਹਰਾਓ, ਬੋਲ ਵੀ ਦਿਓ ਭਾਵੇਂ। ਤਾਂ ਇਹ ਇੱਕ ਪ੍ਰਕਿਰਿਆ। ਸਤਿਗੁਰੂ ਕਹਿੰਦੇ ਕਿ ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ। ਤੇ ਗਾਇਆ ਉਦੋਂ ਜਾਂਦਾ ਜਦੋਂ ਬੰਦਾ ਖੁਸ਼ ਹੋਵੇ, ਵੈਸੇ ਤੇ ਗਾਇਆ ਹੀ ਨਹੀਂ ਜਾਂਦਾ। ਦੁੱਖ ਵਿੱਚ ਕੌਣ ਗਾਏਗਾ? ਤਾਂ ਇੱਥੇ ਗਾਉਣ ਦਾ ਇਸ਼ਾਰਾ ਕਰ ਰਹੇ ਨੇ, ਤੂੰ ਗਾ ਉਸ ਨੂੰ। ਗਾਉਣ ਦਾ ਮਤਲਬ ਬੇਪਰਵਾਹ ਹੋ ਕੇ ਗਾ, ਤੇ ਦੁੱਖ ਤਾਂ ਨਿਕਲੇਗਾ ਅੰਦਰੋਂ। ਥੋੜੇ ਚਿਰ ਲਈ ਭੁਲਾ ਕੇ ਗਾ ਉਸ ਨੂੰ, ਤਾਂ ਦੁੱਖ ਅੰਦਰੋਂ ਚਲਾ ਜਾਏਗਾ। ਹਿਰਦੇ ਵਿੱਚ ਗਾ। ਹਿਰਦੇ ਦਾ ਸੰਬੰਧ ਪ੍ਰੇਮ ਨਾਲ ਹੈ। ਗੁਰਬਾਣੀ ਵਿੱਚ ਵਾਰ-ਵਾਰ ਮਨ ਦੀ ਵੀ ਗੱਲ ਕੀਤੀ, ਹਿਰਦੇ ਦੀ ਵੀ। ਹਿਰਦੇ ਦਾ ਮਤਲਬ ਇਹ ਹੈ ਜਦੋਂ ਪ੍ਰੇਮ ਨਾਲ ਕੁਝ ਵੀ ਕਰੀਏ, ਉਦੋਂ ਹਿਰਦਾ ਹਰਕਤ ਵਿੱਚ ਆਉਂਦਾ ਹੈ, ਉਹ ਕੰਮ ਕਰਦਾ। ਤਾਂ ਪ੍ਰੇਮ ਨਾਲ ਤੇ ਗਾਏ ਨਹੀਂ ਕਦੀ। ਮੱਥੇ ਵੱਟ ਪਾ ਕੇ ਕੀਤਾ ਤੇ ਹਿਰਦਾ ਤਾਂ ਬੰਦ ਹੀ ਪਿਆ ਹੋਇਆ ਸਾਡਾ ਬੜੇ ਚਿਰ ਦਾ। ਇਸ ਕਰਕੇ ਕਹਿੰਦੇ ਜੇ ਦੁੱਖ ਮਿਟਾਉਣਾ ਤਾਂ ਪ੍ਰੇਮ ਨਾਲ ਉਸ ਨੂੰ ਗਾ, ਔਰ ਹਿਰਦੇ ਦੁਆਰਾ ਗਾ। ਹਰ ਹਰ ਨਾਮ ਹਿਰਦੈ ਸਦ ਗਾਵੈ। ਇੱਕ ਫਿਰ ਹੋਰ ਬੰਦੇ ਦੀ ਇੱਛਾ ਹੁੰਦੀ ਹੈ, ਵੈਸੇ ਉਹਦੇ ਵਿੱਚ ਕੋਈ ਬਹੁਤੀ ਚੀਜ਼ ਨਹੀਂ ਹੈ, ਆਪਾਂ ਉਹਦੇ ਪਿੱਛੇ ਤੁਰੇ ਫਿਰਨੇ। ਉਹ ਕਿਹੜੀ? ਜੇ ਕੋ ਆਪਣੀ ਸ਼ੋਭਾ ਲੋਰੈ। ਸ਼ੋਭਾ ਦੀ ਇੱਛਾ ਹੁੰਦੀ ਮਨੁੱਖ। ਸਾਧ ਸੰਗਤ ਮੈਂ ਬੇਨਤੀ ਕਰਾਂ, ਇਹਦੇ ਵਿੱਚ ਉਹਨਾਂ ਚਿਰ ਹੀ ਰਸ ਰਹਿੰਦਾ ਜੇ ਜਿੰਨਾ ਚਿਰ ਨਹੀਂ ਮਿਲਦੀ। ਥੋੜਾ ਜਿਹਾ ਮੇਰਾ ਵੀ ਤਜਰਬਾ ਹੈ। ਸ਼ੋਭਾ, ਵਡਿਆਈ, ਜਿੰਨਾ ਵੈਸੇ ਤੇ ਸੰਸਾਰ ਦਾ ਸਾਰਾ ਕੁਝ ਹੀ ਇਸੇ ਤਰ੍ਹਾਂ, ਪਰ ਘੱਟੋ ਘੱਟ ਇਹ ਤਾਂ ਹੈ ਸ਼ੋਭਾ ਹੋ ਰਹੀ, ਵਡਿਆਈ ਹੋ ਰਹੀ। ਤੁਸੀਂ ਕਦੀ ਖਿਆਲ ਕਰੋ, ਜਿਸ ਬੰਦੇ ਦੇ ਝੰਡੇ ਚੁੱਲਦੇ ਸਾਰੀ ਦੁਨੀਆ ਜਾਣਦੀ ਹੈ, ਜਦੋਂ ਇਕੱਲਾ ਬੈਠਦਾ ਆਪਣੇ ਮੰਜੇ ਤੇ, ਇਕੱਲਾ ਹੋ ਜਾਂਦਾ, ਉਹ ਸ਼ੋਭਾ ਉਹਨੂੰ ਕੋਈ ਸੁੱਖ ਨਹੀਂ ਦਿੰਦੀ। ਕਈ ਵਾਰੀ ਉਹ ਸੋਚਦਾ ਵੀ ਇਹ ਵੀ ਉਹ ਜਿਹੜੀ ਸ਼ੋਭਾ ਮੇਰੀ ਹੋ ਰਹੀ, ਮੈਨੂੰ ਉਹਦੇ ਵਿੱਚੋਂ ਕੀ ਮਿਲ ਰਿਹਾ ਹੈ? ਮੈਂ ਤਾਂ ਫਿਰ ਇਕੱਲਾ ਦਾ ਇਕੱਲਾ ਰਹਿ ਗਿਆ। ਉਹੀ ਮੰਜਾ, ਉਹੀ ਪ੍ਰਸ਼ਾਦਾ, ਕਣਕ ਦਾ ਹੀ ਖਾਈ, ਹੋਰ ਤਾਂ ਕੁਝ ਵੀ ਨਹੀਂ। ਉਸੇ ਤਰ੍ਹਾਂ ਦੇ ਮੇਰਾ ਸਰੀਰ ਰਿਹਾ, ਉਹੀ ਹੈ, ਕੱਖ ਵੀ ਨਹੀਂ ਮਿਲਿਆ। ਸਗੋਂ ਉਹਦੇ ਨਾਲ ਇੱਕ ਚੀਜ਼ ਅੰਦਰੋਂ ਲੈਸ ਹੋ ਸਕਦੀ ਜੇ ਬੰਦਾ ਸੁਚੇਤ ਨਾ ਹੋਏ। ਜੇ ਆਦਮੀ ਉਸ ਨੂੰ ਜਰਨ ਵਿੱਚ ਸਮਰੱਥ ਨਹੀਂ, ਜਾਂ ਉਸ ਨੂੰ ਇਹ ਕਹਿ ਲਈਏ ਇਗਨੋਰ ਨਹੀਂ ਕਰ ਸਕਦਾ, ਉਹਦੇ ਤੋਂ ਬਚ ਨਹੀਂ ਸਕਦਾ, ਤਾਂ ਉਹ ਰਸ ਨੂੰ ਖਾ ਜਾਂਦੀ, ਅੰਦਰੋਂ ਚੂਸ ਜਾਂਦੀ ਹੈ। ਜਿਵੇਂ ਕੋਈ ਲਾਈਟ ਵਾਲੀ ਤਾਰ ਪਾਣੀ ਵਿੱਚ ਡਿੱਗ ਜਾਏ ਤਾਂ ਪਾਣੀ ਉਸ ਨੂੰ ਚੂਸ ਜਾਂਦਾ, ਉਹਦੇ ਕਰੰਟ ਨੂੰ। ਤਾਂ ਵਡਿਆਈ ਇਹ ਕਿਸ ਤਰ੍ਹਾਂ ਦੀ ਚੀਜ਼ ਹੈ? ਉਹ ਆਦਮੀ ਦੇ ਬਣੇ ਹੋਏ ਧਾਰਮਿਕ ਰਸ ਨੂੰ ਚੂਸਦੀ, ਉਹ ਬੇਰਸ ਹੋ ਜਾਂਦਾ ਜੇ ਬਹੁਤਾ ਉਸ ਨੂੰ ਵਰਤਣ ਲੱਗ ਪਏ। ਤਾਂ ਸਤਿਗੁਰੂ ਕਹਿ ਰਹੇ ਨੇ, ਚੱਲ ਜੇ ਤੈਨੂੰ ਚਾਹੀਦੀ ਤਾਂ ਇੱਕ ਕੰਮ ਕਰ ਲੈ। ਉਹਦੇ ਵਿੱਚ ਤਰੀਕਾ ਦੱਸ ਦਿੱਤਾ। ਜੇ ਕੋ ਆਪਣੀ ਸ਼ੋਭਾ ਲੋਰੈ, ਲੋਰੈ ਦਾ ਅਰਥ ਚਾਹੁੰਦਾ ਹੈ ਸਾਧ ਸੰਗ ਇਹ ਹਉਮੈ ਛੋਰੈ। ਇਹ ਗੁਰਮੁਖਾਂ ਦੀ ਸੰਗਤ ਦੇ ਵਿੱਚ ਹਉਮੈ ਛੱਡਦਾ, ਮੈਂ ਮੇਰੀ ਛੱਡਦਾ, ਆਪਣਾ ਆਪ ਤਿਆਗ ਦੇ। ਇਹ ਔਖਾ ਬਹੁਤ। ਹਉਮੈ ਛੱਡਣ ਦਾ ਮਤਲਬ ਚੰਗੇ ਚੰਗੇ ਸ਼ਬਦ ਨਹੀਂ ਹੁੰਦੇ।
बड़े लोग ने बड़े सेंटेंस बना के बोलते हैं, बड़े वधिया वधिया बोलते हैं, पर उन्हां दे विच इंज लगदा जिवें मुरदे शब्द, बिल्कुल मरे होए, कोई सुगंधी नहीं, भावें बनाए बड़े वधिया ने, पर कई लोग ऐसे जिन्हां दे शब्द टुटे फुटे सीधे जाए इधर उधर दे, ਐਨ ਧੜਕਦੇ ਪੂਰੇ ਜਿਉਂਦੇ ਸ਼ਬਦ ਹੁੰਦੇ, ਉਹ ਸਿੱਧੇ ਸਾਦੇ ਨੇ। ਹਉਮੈ ਛੱਡਣ ਦਾ ਮਤਲਬ ਹੈ ਕਿ ਇੱਕ ਕੰਮ ਨੂੰ ਲਾਇਆ, ਉਹਨੂੰ ਕਿਹਾ ਛੱਡ ਦੇ ਤੂੰ, ਠੀਕ ਨਹੀਂ ਕੀਤਾ, ਵਿੱਚ ਹੀ ਛਡਾ ਦਿੱਤਾ, ਦੂਸਰੇ ਨੂੰ ਫਿਰ ਉਹਨੂੰ ਛਡਾ ਦਿੱਤਾ। ਇੰਜ ਕਹਿ ਲਓ ਜਿਹਨੂੰ ਕਬੀਰ ਜੀ ਕਹਿੰਦੇ ਨੇ, ਜੋ ਤੋਇ ਸਾਧ ਪਿਰਮ ਕੀ ਸੀਸ ਕਾਟ ਕਰ ਗੋਏ, ਖੇਲਤ ਖੇਲਤ ਹਾਲ ਕਰ ਜੋ ਕਿਛ ਹੋਏ ਸੋ ਹੋਏ। ਗੇਂਦ ਬਣਾ ਦੇ ਆਪਣੇ ਮਨ ਨੂੰ। ਤੁਸੀਂ ਵੇਖਿਆ ਹੋਵੇਗਾ ਜਦੋਂ ਗੇਂਦ ਖੇਡੀ ਜਾਂਦੀ ਹਾਕੀ ਤੇ ਵਿਚਾਰੀ ਕਦੀ ਇੱਧਰ ਨੂੰ ਭੱਜਦੀ, ਇੱਕ ਇੱਧਰੋਂ ਹਿੱਟ ਦਿੰਦਾ ਉਧਰ ਨੂੰ, ਦੂਸਰਾ ਅੱਗੋਂ ਹਿੱਟ ਪਿਛਾ ਦੇ ਦਿੰਦਾ ਉਧਰ ਨੂੰ। ਇਸ ਤਰ੍ਹਾਂ ਹਉਮੈ ਮਰਦੀ ਹੈ, ਹਿੱਟਾਂ ਵੱਜ ਵੱਜ ਕੇ, ਚੋਟਾਂ ਵੱਜ ਵੱਜ ਕੇ ਆਦਮੀ ਨੂੰ ਤੋੜਿਆ ਜਾਂਦਾ ਹੈ। ਤਾਂ ਉਹਨਾਂ ਦੀ ਫਿਰ ਸ਼ੋਭਾ ਹੁੰਦੀ, ਕਹਿਣ ਲੱਗੇ ਸਾਧ ਸੰਗ ਇਹ ਹਉਮੈ ਸ਼ੋਰੈ। ਆ ਜਿਹੜੇ ਲੋਕਾਂ ਦੀ ਸੰਸਾਰ ਦੇ ਵਿੱਚ ਆਪਾਂ ਬੜੀ ਵਡਿਆਈ ਵੇਖਦੇ ਹਾਂ ਨਾ, ਕਈ ਵਾਰੀ ਆਪਾਂ ਕਈ ਲੋਕਾਂ ਵਿੱਚ ਇੰਨਾ ਪ੍ਰਭਾਵ ਹੁੰਦਾ ਹੈ, ਉਹਨਾਂ ਨੂੰ ਅਸੀਂ ਸੰਤ ਕਹਿ ਦਿੰਦੇ ਹਾਂ ਵੀ ਇੰਨੇ ਲੋਕ ਪ੍ਰਭਾਵ, ਜਿੱਥੇ ਜਾਂਦੇ ਨੇ ਰਸਤੇ ਰੁਕ ਜਾਂਦੇ ਨੇ। ਖਿਆਲ ਰੱਖਣਾ, ਕੋਈ ਜ਼ਰੂਰੀ ਨਹੀਂ ਉਹ ਸਾਧੂ ਹੋਵੇ ਜੇ ਸੰਤ ਹੋਵੇ, ਪਰ ਉਹਨੇ ਕਿਸੇ ਸਾਧੂ ਦੀ ਸੇਵਾ ਕੀਤੀ ਕਿਤੇ, ਬਸ ਉਹਦੇ ਕਰਕੇ ਵਾਪਰ ਗਿਆ, ਉਹ ਸਾਰਾ ਕੁਝ ਹੋ ਗਿਆ, ਆਪਣੇ ਆਪ ਹੀ ਘੁੰਮਣ ਲੱਗ ਪਿਆ ਸਾਰਾ ਕੁਝ ਉਹਨਾਂ ਦੇ ਚੌਂ ਪਾਸੇ। ਉਹਦੇ ਵਿੱਚ ਜੇ ਤੇ ਉਹ ਆਦਮੀ ਸੁਚੇਤ ਹੋ ਜਾਏ ਫਿਰ ਤੇ ਉਹ ਜੁੜ ਜਾਂਦਾ ਹੈ, ਨਹੀਂ ਤੇ ਫਿਰ ਉਹ ਫਸ ਜਾਂਦਾ ਹੈ। ਇਸ ਤਰ੍ਹਾਂ ਕਹਿੰਦੇ ਸਾਧ ਸੰਗੇ ਹਉਮੈ ਛੋਰੈ। ਹਜ਼ੂਰ ਕਹਿੰਦੇ ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾਂ ਕੀ ਸਰਣੀ ਪਰੈ। ਕਈ ਲੋਕਾਂ ਨੂੰ ਇਸ ਜਨਮ ਵਿੱਚ ਇੰਨਾ ਦੁੱਖ ਮਿਲ ਜਾਂਦਾ ਕਿ ਉਹ ਪਰਤ ਕੇ ਜਨਮ ਲੈਣ ਤੋਂ ਸੰਕੋਚ ਕਰਦੇ, ਉਹਦੇ ਤੋਂ ਦੌੜਦੇ ਨੇ। ਇੱਕ ਇਸ ਤਰ੍ਹਾਂ ਦੇ ਲੋਕ ਜਿਨ੍ਹਾਂ ਨੂੰ ਸੰਸਾਰ ਵਿੱਚੋਂ ਦੁੱਖ ਬਹੁਤਾ ਮਿਲਦਾ, ਉਹ ਦੌੜਦੇ ਨੇ। ਇੱਕ ਉਹ ਲੋਕ ਜਿਹੜੇ ਰੱਬ ਨਾਲ ਸਾਂਝ ਪਾ ਬੈਂਦੇ ਨੇ, ਉਹਨਾਂ ਨੂੰ ਇਹ ਜਨਮ ਲੱਗਦਾ ਹੀ ਬਿਲਕੁਲ ਫੋਕਾ, ਪੁਰਾਣੀ ਝੋਪੜੀ, ਟੁੱਟੀ ਹੋਈ ਝੋਂਪੜੀ। ਉਹ ਨਵਾਂ ਮਕਾਨ ਉਹਨਾਂ ਨੂੰ ਮਿਲ ਗਿਆ, ਇਸ ਲਈ ਇਹਨੂੰ ਛੱਡਣਾ ਚਾਹੁੰਦੇ, ਪਰਤ ਕੇ ਨਹੀਂ ਉੱਥੇ ਆਉਣਾ ਚਾਹੁੰਦੇ। ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾਂ ਕੀ ਸਰਣੀ ਪਰੈ। ਉਹ ਗੁਰਮੁਖਾਂ ਦੀ ਸੰਗਤ ਵਿੱਚ ਸ਼ਰਨ ਵਿੱਚ ਰਵੇ ਤਾਂ ਜਨਮ ਮਰਨ ਦਾ ਜਿਹੜਾ ਦੁੱਖ ਹੈ ਇਹ ਖਤਮ ਹੋ ਜਾਂਦਾ। ਇਹ ਚਾਰ ਪ੍ਰਕਾਰ ਦੇ ਲੋਕ ਨੇ। ਇੱਕ ਚਾਰ ਪਦਾਰਥ ਮੰਗ ਲੈ ਰਹੇ ਨੇ, ਇੱਕ ਦੁੱਖ ਮਿਟਾਉਣਾ ਚਾਹੁੰਦੇ ਨੇ, ਇੱਕ ਵਡਿਆਈ ਕਰਾਉਣੀ ਚਾਹੁੰਦੇ ਨੇ, ਤੇ ਇੱਕ ਜਨਮ ਮਰਨ ਕੱਟਣਾ ਚਾਹੁੰਦੇ। ਚਾਰ ਤਰ੍ਹਾਂ ਦੇ ਜਗਿਆਸੂ ਇਹ ਹਨ। ਪਰ ਬਹੁਤ ਘੱਟ ਲੋਕ ਨੇ ਇਹਨਾਂ ਨੂੰ। ਗੁਰੂ ਅਰਜਨ ਦੇਵ ਜੀ ਕਹਿੰਦੇ ਵੀ ਇਹ ਸਾਧੂਆਂ ਕੋਲੋਂ ਇਹ ਪ੍ਰਾਪਤ ਹੋ ਜਾਏ ਸਭ ਕੁਝ, ਪਰ ਅਖੀਰ ਤੇ ਇੱਕ ਐਸੀ ਸ਼ਖਸੀਅਤ ਦਾ ਨਾਮ ਲੈਂਦੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਜਿਹਨੂੰ ਪਿਆਸ ਬੜੀ ਲੱਗੀ, ਜਿਸ ਨੂੰ ਤ੍ਰੇ ਬੜੀ ਲੱਗੀ, ਜੋ ਪਿਆਸਾ ਬੜਾ ਹੈ। ਕਿਹਦਾ? ਉਹਦੇ ਵਿੱਚ ਦਿਨ ਰਾਤ ਪਿਆਸ ਲੱਗੀ ਰਹਿੰਦੀ ਰੱਬ ਨੂੰ ਵੇਖਣ ਦੀ, ਉਹਨੂੰ ਮਿਲਣ ਦੀ, ਉਹਦੇ ਦੀਦਾਰ ਕਰਨ ਦੀ। ਸਤਿਗੁਰੂ ਇਹਨੂੰ ਵੀ ਕਿਤੇ ਤੋਰ ਦਿਓਗੇ ਵੀ ਤੂੰ ਵੀ ਇੱਧਰ ਚਲਾ ਜਾ, ਜਿਵੇਂ ਪਹਿਲਿਆਂ ਨੂੰ ਤੋਰਿਆ ਵੀ ਸਾਧੂਆਂ ਕੋਲ ਜਾ। ਕਹਿੰਦੇ ਨਹੀਂ, ਇਹਨੂੰ ਨਹੀਂ ਮੈਂ ਭੇਜਣਾ, ਜਿਹਨੂੰ ਰੱਬ ਦੇ ਦਰਸ਼ਨ ਦੀ ਆਸ ਇੱਛਾ ਬਹੁਤੀ ਹੈ। ਇਹਨੂੰ ਕੀ ਕਰੋਗੇ? ਕਹਿਣ ਲੱਗੇ ਇਹਨੂੰ ਆਪਣੇ ਕੋਲ ਰੱਖ ਕੇ ਮੈਂ ਇਹਦੇ ਤੋਂ ਬਲਿਹਾਰ ਜਾਵਾਂਗਾ। ਇਹ ਸਭ ਤੋਂ ਵੱਡਾ ਜਿਹਨੂੰ ਰੱਬ ਦੇ ਪਿਆਰ ਦਰਸ਼ਨ ਦੀ ਖਿੱਚ ਹੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕਹਿ ਬਲ ਬਲ ਜਾਸਾ। ਮੈਂ ਆਪ ਇਹਦੇ ਤੋਂ ਬਲਿਹਾਰ ਜਾਵਾਂਗਾ। ਪਿਛਲਿਆਂ ਨੂੰ ਸੇਵਕ ਬਣਾਇਆ ਕਿਸੇ ਦੇ, ਤੇ ਇਹਨਾਂ ਦੇ ਇਹਦੇ ਆਪ ਇਹਨਾਂ ਤੋਂ ਬਲਿਹਾਰ ਜਾਣ ਲੱਗ ਪਏ। ਇਸ ਲਈ ਸਭ ਤੋਂ ਉੱਤਮ ਹੈ ਜਿਹਦੀ ਪਿਆਸ ਰੱਬ ਲਈ। ਰੱਬ ਦੀ ਪਿਆਸ ਹੀ ਕਠਿਨ ਹੈ, ਰੱਬ ਕਠਿਨ ਨਹੀਂ ਹੈ। ਖਿਆਲ ਰੱਖੋ, ਉਹਨੂੰ ਮਿਲਣਾ ਕਠਿਨ ਨਹੀਂ, ਉਹਦੀ ਪਿਆਸ ਪੈਦਾ ਕਰਨੀ ਕਠਿਨ। ਪਿਆਸਾਂ ਹੋਰ ਬੜੀਆਂ ਨੇ, ਵਿੱਚ ਕਈ ਪ੍ਰਕਾਰ ਦੀ ਸਾਡੀ ਪਿਆਸ ਹੈ, ਇਸ ਕਰਕੇ ਉਹਦੀ ਪਿਆਸ
ਮਿਲਣਾ ਕੁਝ ਵੀ ਔਖਾ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਤੈਨੂੰ ਇੱਕ ਪਲ ਵੀ ਲੱਗ ਸਕਦਾ, ਇੱਕ ਜਨਮ ਵੀ, ਹਜ਼ਾਰਾਂ ਜਨਮ ਵੀ ਲੱਗ ਸਕਦਾ। ਇਹ ਤੇਰੇ ਤੇ ਖੜਾ, ਤੇਰੇ ਤੇ ਖੜਾ, ਤੂੰ ਕਿਵੇਂ ਚੱਲਣਾ ਹੈ। ਇੱਕ ਪਲ ਲਾਉਣਾ ਹੈ ਤਾਂ 100% ਇੱਛਾ ਪਰਮਾਤਮਾ ਦੀ ਹੀ ਬਚੇ। ਹੁਣੇ ਹੀ ਹੋ ਸਕਦਾ ਇਸੇ ਪਲ, ਇਹਦੇ ਤੋਂ ਵੱਧ ਲੱਗੇਗਾ ਹੀ ਨਹੀਂ। ਤਾਂ ਇੱਛਾ ਕਈ ਪ੍ਰਕਾਰ ਦੀਆਂ ਨੇ, ਬਹੁਤੀਆਂ ਨੇ, ਤਾਂ ਫਿਰ ਕਈ ਜਨਮ ਲੱਗ ਸਕਦੇ। ਕੀ ਪਤਾ ਇੱਛਾ ਇਕਾਗਰ ਨਾ ਹੋਵੇ ਤੇ ਮਿਲੇ ਹੀ ਨਾ, ਇਹ ਵੀ ਹੋ ਸਕਦਾ। ਇਹ ਆਦਮੀ ਤੇ ਖੜਾ ਹੈ। ਇੱਛਾਵਾਂ ਹਨ, ਕੇਵਲ ਸੰਸਾਰਿਕ ਨਹੀਂ, ਧਾਰਮਿਕ ਬੰਦੇ ਦੀਆਂ ਵੀ ਧਾਰਮਿਕ ਵੀ ਇੱਛਾਵਾਂ ਨੇ ਬਹੁਤ ਸਾਰੀਆਂ। ਉਹਦੇ ਸ਼ਬਦ ਕਿਸੇ ਚੀਜ਼ ਨੂੰ ਅੰਦਰੋਂ ਪ੍ਰਗਟ ਕਰਦੇ ਨੇ, ਉਹ ਕੁਝ ਬਣਨਾ ਚਾਹੁੰਦਾ ਹੈ। ਇਸ ਕਰਕੇ ਦੋ ਸ਼ਬਦ ਨੇ, ਸੰਤ ਤੇ ਸੰਸਾਰੀ, ਦੋਵਾਂ ਦੇ ਅੱਗੇ ਸੱਸਾ ਲੱਗਦਾ ਹੈ, ਪਰ ਦੋਵਾਂ ਦਾ ਮਾਰਗ ਬੜਾ ਵਿਪਰੀਤ, ਵੱਖਰਾ। ਕੀ ਵੱਖਰਾ ਹੈ? ਸਿਰਫ ਇੰਨਾ ਹੀ ਫਰਕ ਹੈ, ਸੰਸਾਰੀ ਇਸੇ ਉੱਤੇ ਜ਼ਿੰਦਗੀ ਲਾ ਦਿੰਦਾ, ਮੈਂ ਕਿਤੇ ਖਤਮ ਨਾ ਹੋ ਜਾ, ਮੈਂ ਕੁਝ ਬਣ ਜਾਵਾਂ, ਮੈਂ ਕੁਝ ਬਣ ਜਾਵਾਂ। ਸੰਤ ਇਹਦੇ ਉੱਤੇ ਜ਼ੋਰ ਲਾ ਦਿੰਦਾ, ਮੈਂ ਕਿਵੇਂ ਮਿਟ ਜਾਵਾਂ। ਬਸ ਦੋਵਾਂ ਵਿੱਚ ਇਹ ਫਰਕ ਹੈ। ਇੱਕ ਐਸੇ ਸਾਧਨ ਲੱਭਦਾ ਫਿਰਦਾ, ਮੈਂ ਮਿਟਾਂ, ਮੈਂ ਮਿਟ ਜਾ, ਮੈਂ ਮਿਟ ਜਾ, ਮੇਰੀ ਹੋਂਦ ਖਤਮ ਹੋ ਜਾ, ਸਰੀਰ ਦੀ ਨਹੀਂ, ਹੰਕਾਰ ਦੀ, ਬਣਨ ਦੀ ਇੱਛਾ ਨਸ਼ਟ ਹੋ ਜਾਏ। ਤੇ ਸੰਸਾਰੀ ਦਿਨ ਰਾਤ ਲਾ ਦਿੰਦਾ, ਮੈਂ ਕੁਝ ਬਣ ਜਾਵਾਂ, ਕੁਝ ਹੋ ਜਾਵਾਂ। ਇਸ ਕਰਕੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕਹਿ ਬਲ ਬਲ ਜਾਸਾ। ਅਗਲੇ ਸ਼ਬਦ ਵਿੱਚ ਸਾਹਿਬ ਕਹਿੰਦੇ, ਸਗਲ ਪੁਰਖ ਮਹਿ ਪੁਰਖ ਪ੍ਰਧਾਨ। ਸਾਰੇ ਲੋਕਾਂ ਵਿੱਚੋਂ ਉਹ ਮਨੁੱਖ ਪ੍ਰਧਾਨ ਹੋ ਜਾਂਦੇ, ਵਿਸ਼ੇਸ਼ ਹੋ ਜਾਂਦੇ, ਵੱਡੇ ਹੋ ਜਾਂਦੇ। ਕੌਣ? ਕਹਿੰਦੇ ਸਾਧ ਸੰਗ ਜਾਂ ਕਾ ਮਿਟੈ ਅਭਿਮਾਨ। ਗੁਰਮੁਖਾਂ ਦੀ ਸੇਵਾ ਕਰਦਿਆਂ ਕਰਦਿਆਂ ਜਿਨ੍ਹਾਂ ਦਾ ਅਭਿਮਾਨ, ਹੰਕਾਰ ਖਤਮ ਹੋ ਜਾਂਦਾ ਹੈ, ਉਹ ਸਾਰਿਆਂ ਵਿੱਚੋਂ ਸ੍ਰੇਸ਼ਟ ਮਹਾਨ ਹੋ ਜਾਂਦੇ ਹਨ। ਆਪਸ ਕੋ ਜੋ ਜਾਣੈ ਨੀਚਾ, ਸੋ ਗਣੀਐ ਸਭ ਤੇ ਊਚਾ। ਆਪਸ ਕੋ ਜੋ ਜਾਣੈ ਨੀਚਾ, ਜਾਣਦਾ ਰਵੇ ਅੰਦਰੋਂ ਹਰ ਸਮੇਂ, ਇਹ ਨਹੀਂ ਵੀ ਕਹਿੰਦਾ ਰਵੇ। ਇੱਥੇ ਇਹ ਨਹੀਂ ਕਿਹਾ ਕਿ ਜੋ ਆਪਣੇ ਆਪ ਨੂੰ ਨੀਵਾਂ ਕਵੇ, ਇਹ ਸ਼ਬਦ ਕੋਈ ਨਹੀਂ ਇੱਥੇ। ਇਸ ਕਰਕੇ ਜਦੋਂ ਆਪਣੀ ਸਟੇਟਮੈਂਟ ਦੇਣੀ ਹੋਵੇ, ਮੈਂ ਕਿਵੇਂ ਦਾ ਹਾਂ, ਉਹ ਸ਼ਬਦਾਂ ਨਾਲ ਸੰਬੰਧਿਤ ਨਹੀਂ ਹੋ ਸਕਦੀ। ਠੀਕ ਸ਼ਬਦ ਹਮੇਸ਼ਾ ਤਕਰੀਬਨ ਗਲਤ ਨਿਕਲਦੇ। ਅਸੀਂ ਆਪਣੀ ਪਰਿਭਾਸ਼ਾ ਕਰਨੀ ਹੋਵੇ ਤੇ ਸਾਨੂੰ ਅੰਦਰੋਂ ਪਤਾ ਲੱਗਦਾ ਰਹਿੰਦਾ ਅਸੀਂ ਕਿਵੇਂ ਦੇ ਹਾਂ, ਅੰਦਰੋਂ ਪੂਰੇ ਪੂਰੇ ਅੱਖਰ ਸਾਨੂੰ ਦੱਸੀ ਜਾਂਦੇ ਨੇ। ਤਾਂ ਇੱਥੇ ਕਹਿ ਰਹੇ ਨੇ, ਆਪਸ ਕੋ ਜੋ ਜਾਣੈ, ਜੋ ਅੰਦਰ ਜਾਣ ਲਵੇ, ਮਹਿਸੂਸ ਕਰੇ ਕਿ ਮੈਂ ਬਿਲਕੁਲ ਨੀਵਾਂ ਹਾਂ, ਬਿਲਕੁਲ ਨੀਚ ਹਾਂ, ਮੇਰੇ ਵਿੱਚ ਕੋਈ ਵੀ ਗੁਣ ਨਹੀਂ ਹੈ। ਰੱਬ ਦੇ ਘਰ ਵਿੱਚ ਜਿਉਂ ਹੀ ਉਹ ਪ੍ਰਵੇਸ਼ ਹੋਇਆ, ਸੋ ਗਣੀਐ ਸਭ ਤੇ ਊਚਾ। ਉਹਦੇ ਘਰ ਵਿੱਚ ਉਹਨੂੰ ਬੜੀ ਵੱਡੀ ਉੱਚਤਾ ਪ੍ਰਾਪਤ ਹੁੰਦੀ ਹੈ। ਫਿਰ ਕਹਿੰਦੇ, ਜਾਂ ਕਾ ਮਨ ਹੋਏ ਸਗਲ ਕੀ ਰੀਨਾ। ਬੜੇ ਬੜੇ ਸ਼ਬਦ ਤੋਲ ਕੇ ਕਹੇ ਗਏ ਨੇ। ਰੀਨਾ ਦੇ ਅਰਥ ਨੇ ਧੂੜ, ਮਨ ਕਰਕੇ ਸਾਰਿਆਂ ਦੀ ਧੂੜ ਹੋ ਜਾਣਾ। ਇੱਥੇ ਸਰੀਰ ਦਾ ਨਾਂ ਨਹੀਂ ਲਿਆ, ਖਿਆਲ ਰੱਖਣਾ, ਕਿਉਂਕਿ ਬਿਮਾਰੀ ਉੱਥੇ ਲੁਕਦੀ ਜਾ ਕੇ। ਗੁਰੂ ਸਾਹਿਬ ਉਹਨਾਂ ਥਾਵਾਂ ਦਾ ਨਾਂ ਲੈ ਰਹੇ ਨੇ ਜਿੱਥੇ ਹਉਮੈ ਲੁਕ ਜਾਂਦੀ, ਜਾ ਕੇ ਮਨ ਵਿੱਚ ਲੁਕ ਜਾਂਦੀ ਹੈ, ਸਰੀਰ ਤੇ ਧੂੜ ਲੈ ਹੀ ਲੈਂਦਾ ਹੈ, ਸਰੀਰ ਤੇ ਜੋੜਾ ਸਾਫ਼ ਕਰ ਹੀ ਦਿੰਦਾ ਹੈ। ਸਰੀਰ ਚੰਗੀ ਗੱਲ ਹੈ, ਜੋੜੇ ਸਾਫ਼ ਕਰਨੇ ਸੇਵਾ ਹੈ, ਸਰੀਰ ਵੀ ਝੁਕੇ ਕਰੇ। ਪਰ ਇਹ ਕਿਵੇਂ ਦੀ ਸੇਵਾ ਕਿ ਜਿਹਦੇ ਜੋੜੇ ਸਾਫ਼ ਕਰ ਰਿਹਾ, ਸਾਫ਼ ਕਰਦਿਆਂ ਕਰਦਿਆਂ ਉਹ ਆ ਗਿਆ, ਉਹਦੇ ਨਾਲ ਝਗੜਾ ਹੋਇਆ ਸੀ, ਉਹਨੂੰ ਫਤਿਹ ਵੀ ਨਹੀਂ ਬੁਲਾਈ, ਜੋੜੇ ਸਾਫ਼ ਕਰ ਲਏ। ਜੋੜਾ ਵੱਡਾ ਹੋ ਗਿਆ, ਆਦਮੀ ਛੋਟਾ ਹੋ ਗਿਆ। ਔਰ ਜੋੜਾ ਸਾਫ਼ ਕਰਨਾ ਸਵਾਰਥ ਸੀ, ਕਿਉਂਕਿ ਜੋੜੇ ਸਾਫ਼ ਕਰਕੇ ਕੋਈ ਆਪਣਾ ਕੰਮ ਕਰਨਾ ਚਾਹੁੰਦਾ ਸੀ। ਲੋਕ ਨਿਮਰਤਾ ਵਾਲੇ ਕੰਮਾਂ ਵਿੱਚੋਂ ਵੀ ਦੂਸਰੇ ਦੀ ਸ਼ਕਤੀ ਖੋਣ ਦੀ ਸੋਚਦੇ ਨੇ ਕਿ ਕਿਸੇ ਦੇ ਗੋਡਿਆਂ ਨੂੰ ਪੈ ਜਾਈਏ, ਕੱਢ ਲਓ ਜਪਜੀ ਸਾਹਿਬ ਦੇ ਵਿੱਚ। ਇਸ ਤਰ੍ਹਾਂ ਕੁਝ ਵੀ ਨਹੀਂ ਹੁੰਦਾ। ਇਹ ਵੀ ਇੱਕ ਤਰੀਕਾ ਹੈ। ਮਨ ਦੇ ਪਿੱਛੇ ਕੁਝ ਚੀਜ਼ ਲੁਕੀ ਹੋਈ ਹੈ ਕਿ ਉੱਥੋਂ ਵੀ ਕੁਝ ਨਾ ਕੁਝ ਕਿਸੇ ਵੀ ਤਰੀਕੇ ਨਾਲ ਦੋਵੇਂ ਕਾਰਜ ਪੂਰੇ ਹੋ ਗਏ। ਨਾਲੇ ਤੇ ਆਪਾਂ ਨਿਮਰਤਾ ਵਾਲੇ ਸਿੱਧ ਹੋ ਗਏ, ਨਾਲੇ ਕਿਸੇ ਕੋਲੋਂ ਕੁਝ ਖੋਹ ਲਿਆ, ਦੋਵੇਂ ਗੱਲਾਂ ਇਕੱਠੀਆਂ ਹੋ ਗਈਆਂ।
ਤਾਂ ਇਹ ਹਨ ਮਨ ਦੇ ਦੋਸ਼ ਜੋ ਬੜੇ ਡੂੰਘੇ ਨੇ। ਇਸ ਕਰਕੇ ਸਤਿਗੁਰੂ ਕਹਿੰਦੇ, ਜਾਂ ਕਾ ਮਨ ਹੋਏ ਸਗਲ ਕੀ ਰੀਨਾ, ਰੇਤ ਹੋ ਜਾਏ, ਮਿੱਟੀ ਹੋ ਜਾਏ। ਹਰ ਹਰ ਨਾਮ ਤਿਨ ਘਟ ਘਟ ਚੀਨਾ, ਚੀਨਾ ਦਾ ਅਰਥ ਹੈ ਜਾਣਨਾ। ਉਸ ਨੇ ਹਰ ਥਾਂ ਤੇ ਵਾਹਿਗੁਰੂ ਦੇ ਨਾਮ ਨੂੰ ਪ੍ਰਤੀਤ ਕਰ ਲਿਆ। ਫਿਰ ਇੱਕ ਬੜਾ ਸੁੰਦਰ ਸੂਤਰ ਇਸ ਬਾਣੀ ਵਿੱਚ ਦਿੱਤਾ ਗਿਆ। ਹਜ਼ੂਰ ਕਹਿੰਦੇ, ਮਨ ਆਪਣੇ ਤੇ ਬੁਰਾ ਮਿਟਾਨਾ, ਵੇਖੈ ਸਗਲ ਸ੍ਰਿਸ਼ਟ ਸਾਜਨਾ। ਇਹ ਬਹੁਤ ਔਖਾ ਹੈ। ਮੈਂ ਸਮਝਣਾ ਇਸ ਪੰਕਤੀ ਨੂੰ, ਮਨ ਆਪਣੇ ਤੇ ਬੁਰਾ ਮਿਟਾਨਾ, ਕਿੰਨੇ ਅੱਖਰ ਨੇ ਗਿਣ ਕੇ ਵੇਖਣਾ। 4.5 ਅੱਖਰ ਨੇ ਸਿਰਫ। ਮੈਂ ਬੇਨਤੀ ਕਰਾਂ, ਬੰਦਾ ਅੰਮ੍ਰਿਤਸਰ ਤੋਂ ਲੈ ਕੇ ਹਜ਼ੂਰ ਸਾਹਿਬ ਤੱਕ ਸਭ ਕੁਝ ਯਾਤਰਾ ਕਰ ਜਾਏਗਾ, ਪਰ ਇਹਨਾਂ 4.5 ਅੱਖਰਾਂ ਨੂੰ ਪਾਰ ਕਰਨਾ ਬਹੁਤ ਮੁਸ਼ਕਿਲ ਹੈ। ਮਨ ਆਪਣੇ ਤੇ ਬੁਰਾ ਮਿਟਾਨਾ। ਆਪਣੇ ਮਨ ਵਿੱਚੋਂ ਸਾਰਿਆਂ ਲਈ ਈਰਖਾ ਕੱਢ ਦੇਣੀ ਬਹੁਤ ਔਖਾ ਹੈ, ਬਹੁਤ ਬਰੀਕ ਹੈ। ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ, ਸਾਰੀ ਸ੍ਰਿਸ਼ਟੀ ਨੂੰ ਮਿੱਤਰ ਜਾਣ ਲੈਣਾ। ਇਹ ਸਮਝਣ ਨਾਲ ਨਹੀਂ ਹੁੰਦਾ, ਖਿਆਲ ਰੱਖ। ਜਿੰਨਾ ਚਿਰ ਬੰਦਾ ਅੰਦਰ ਕਮਾਈ ਕਰਕੇ ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾ ਲੈਂਦਾ, ਉਹਨਾਂ ਚਿਰ ਵਾਪਰਦਾ ਨਹੀਂ। ਇਹ ਭਾਈ ਕਨ੍ਹੱਈਆ ਜੀ ਦੀ ਦਸ਼ਾ ਹੈ। ਇਹਨੂੰ ਕਹਿੰਦੇ ਨੇ ਸਮ ਦ੍ਰਿਸ਼ਟੀ, ਇਹਨੂੰ ਕਹਿੰਦੇ ਨੇ ਦੇਹੀ ਗੁਪਤ ਪਦੇਹੀ ਦਿਸੈ। ਇਸ ਅਵਸਥਾ ਵਿੱਚ ਜਦੋਂ ਆਦਮੀ ਚਲਾ ਗਿਆ, ਜਿਹਨੂੰ ਵੇਖਿਆ ਉਹ ਥੋੜਾ ਚਿਰ ਦਿਸੇਗਾ, ਉਹਦੇ ਨੈਣ ਨਕਸ਼ ਗਾਇਬ ਹੋ ਜਾਣਗੇ। ਵੇਖੇਗਾ ਫਲਾਣਾ ਸਿੰਘ ਆ ਗਿਆ, ਜਦੋਂ ਨੇੜੇ ਆਇਆ ਤੇ ਉਹਦਾ ਨੈਣ ਨਕਸ਼ ਦੇਹੀ ਗੁਪਤ ਹੋ ਜਾਏਗੀ, ਸਰੀਰ ਨਹੀਂ ਉਹਨੂੰ ਦਿਸੇਗਾ। ਵਦੇਹੀ ਦਿਸੈ, ਵਦੇਹੀ ਦਾ ਅਰਥ ਅੰਦਰਲਾ ਦਿਸਣ ਲੱਗ ਪਏਗਾ, ਰੱਬ ਦਿਸਣ ਲੱਗ ਪਏਗਾ। ਮੈਨੂੰ ਕਿਸੇ ਸੱਜਣ ਨੇ ਸਵਾਲ ਕੀਤਾ ਸੀ ਵੀ ਗੁਰਮਤ ਵਿੱਚ ਜਿਹੜੇ ਸਾਧੂ ਨੇ, ਗੁਰਮੁਖ ਨੇ, ਸਾਧੂ ਜਨ ਨੇ, ਉਹ ਜਿੱਥੇ ਬੈਠੇ ਹੁੰਦੇ ਨੇ ਉਹਨਾਂ ਦੇ ਨਾਲ ਲੰਗਰ ਕਿਉਂ ਹੁੰਦਾ ਹੈ ਔਰ ਧੱਕੇ ਨਾਲ ਕਿਉਂ ਛਕਾਉਂਦੇ ਨੇ? ਤੁਸੀਂ ਵੇਖਣਾ ਕਦੀ ਵੀ। ਮੈਂ ਬਹੁਤ ਸਾਰੇ ਸਾਧੂ ਇਸ ਤਰ੍ਹਾਂ ਦੇ ਵੇਖੇ। ਭਾਵੇਂ ਤੁਸੀਂ ਖਾਧਾ ਹੋਇਆ ਪਰ ਖਾਣਾ ਹੀ ਪਏਗਾ, ਜੇ ਨਾ ਖਾਓਗੇ ਤਾਂ ਨਾਰਾਜ਼ ਹੋ ਜਾਣਗੇ। ਕੀ ਕਾਰਨ ਹੈ? ਕਿਉਂ? ਕਈ ਵਾਰੀ ਅਸੀਂ ਸੋਚ ਲੈਂਦੇ ਹਾਂ ਕਿ ਮੈਂ ਕਥਾਵਾਚਕ ਬਹੁਤ ਵੱਡਾ, ਇਸ ਕਰਕੇ ਮੈਨੂੰ ਘਿਓ ਬਹੁਤਾ ਪਾ ਕੇ ਦਿੱਤਾ। ਮੈਂ ਕੀਰਤਨੀਆ ਬਹੁਤ ਵੱਡਾ, ਇਸ ਕਰਕੇ ਲੋਈ ਮੈਨੂੰ ਤਾਂ ਵੱਡੀ ਦਿੱਤੀ। ਮੈਂ ਬਹੁਤ ਵੱਡਾ ਹਾਂ ਤਾਂ ਕਰਕੇ ਮੈਨੂੰ ਸਤਿਕਾਰ। ਸਾਧ ਸੰਗਤ ਉਹ ਜਿਹੜੀਆਂ ਸ਼ਖਸੀਅਤਾਂ ਨੇ ਉਹ ਸਰੀਰਾਂ ਤੱਕ ਸੀਮਤ ਨਹੀਂ ਰਹਿ ਜਾਂਦੀਆਂ। ਦੇਹੀ ਗੁਪਤ, ਉਹ ਜਿਹਨੂੰ ਵਹਿੰਦੇ ਨੇ ਉਹਦੀ ਦੇਹ ਨਾਲ ਹੀ ਗਈ ਗੁਪਤ। ਵਦੇਹੀ ਦਿਸੈ, ਉਹਦੇ ਅੰਦਰਲਾ ਦਿਸਣ ਲੱਗ ਪੈਂਦਾ, ਉਹਨੂੰ ਵੇਖਣ ਲੱਗ। ਉਹ ਆਪਣੇ ਰੱਬ ਨੂੰ ਖਵਾਉਂਦੇ ਨੇ, ਉਹ ਬੰਦੇ ਨੂੰ ਨਹੀਂ ਖਵਾਉਂਦੇ। ਉਹ ਆਪਣਾ ਪਿਆਰ ਪੂਰਾ ਕਰ ਲੈਂਦੇ ਨੇ, ਉਹ ਕਿਸੇ ਸਿੰਘ ਨੂੰ ਨਹੀਂ ਖਵਾਉਂਦੇ, ਉਹ ਗੁਰੂ ਗੋਬਿੰਦ ਸਿੰਘ ਨੂੰ ਖਵਾ ਲੈਂਦੇ ਨੇ। ਉਹਨਾਂ ਦੀ ਭਾਵਨਾ ਬਹੁਤ ਗਹਿਰੀ ਚਲੀ ਜਾਂਦੀ। ਅਸੀਂ ਤੇ ਆਦਮੀਆਂ ਤੱਕ ਸੀਮਤ ਰਹਿ ਜਾਂਦੇ। ਅਸੀਂ ਤੇ ਇੱਥੋਂ ਤੱਕ ਵੀ ਕਹਿ ਦਿੰਦੇ ਹਾਂ ਵੀ ਇਸ ਬੰਦੇ ਨੂੰ ਪੰਗਤ ਵਿੱਚ ਨਹੀਂ ਬਹਿਣ ਦੇਣਾ। ਅਸੀਂ ਵੀ ਲੰਗਰ ਵਾਲੇ ਹੀ ਹਾਂ, ਪਰ ਉਹ ਕੈਸੇ ਲੋਕ ਨੇ? ਬੜਾ ਫਰਕ ਹੈ, ਬਹੁਤ ਵੱਡਾ। ਉਹਨਾਂ ਨੇ ਇਸ ਚੀਜ਼ ਨੂੰ ਚੰਗੀ ਤਰ੍ਹਾਂ ਕਮਾ ਕੇ ਕੀਤਾ ਹੈ। ਤਾਂ ਇਸ ਤਰ੍ਹਾਂ ਦੇ ਲੋਕ ਵੇਖੈ ਸਗਲ ਸ੍ਰਿਸ਼ਟ ਸਾਜਨਾ, ਸਾਰੀ ਸ੍ਰਿਸ਼ਟੀ ਨੂੰ ਸੱਜਣ ਵੇਖ ਲੈਂਦੇ ਨੇ। ਔਰ ਜੇ ਇਸ ਦਸ਼ਾ ਨੂੰ ਪ੍ਰਾਪਤ ਕਰਨਾ ਹੈ ਤੇ ਕਦੀ ਵੀ ਇਹ ਐਲਾਨ ਨਹੀਂ ਕਰਨਾ ਚਾਹੀਦਾ ਜੀ ਮੈਨੂੰ ਤੇ ਸਾਰੇ ਇੱਕੋ ਜਿਹੇ ਨੇ। ਕੋਈ ਨਹੀਂ ਇੱਕੋ ਜਿਹਾ, ਝੂਠ ਹੈ ਸਾਰਾ। ਇੱਕੋ ਜਿਹਾ ਨਹੀਂ ਹਨ ਅਜੇ। ਅਸੀਂ ਪਹਿਲਾਂ ਹੀ ਕਹਿ ਦਿੰਦੇ ਹਾਂ, ਇਸ ਕਰਕੇ ਕੰਮ ਵਿੱਚ ਹੀ ਰਹਿ ਜਾਂਦਾ ਹੈ। ਕੰਮ ਹੋਇਆ ਨਹੀਂ, ਅਸੀਂ ਕਹਿ ਦਿੱਤਾ ਮੈਨੂੰ ਸਾਰੇ ਇੱਕੋ ਜਿਹੇ ਲੱਗਦੇ ਨੇ। ਗਲਤ ਹੈ, ਬਿਲਕੁਲ ਨਹੀਂ ਲੱਗਦੇ ਇੱਕੋ ਜਿਹੇ। ਅਜੇ ਜਿਵੇਂ ਦਾ ਆਪਣਾ ਨਿੱਜੀ ਪਰਿਵਾਰ ਲੱਗਦਾ, ਦੂਸਰੇ ਨਹੀਂ ਲੱਗਦੇ ਬਿਲਕੁਲ। ਜਿਵੇਂ ਦਾ ਭਰਾ ਲੱਗਦਾ, ਦੂਸਰੇ ਨਹੀਂ ਲੱਗਦੇ। ਫਰਕ ਬਹੁਤ ਜ਼ਿਆਦਾ ਹੈ। ਤਾਂ ਜੇ ਅਸੀਂ ਪਹਿਲਾਂ ਹੀ ਕਹਿ ਦਿੱਤਾ ਜੀ ਇੱਕੋ ਜਿਹੇ ਨੇ, ਕੰਮ ਕਿਵੇਂ ਕਰਾਂਗੇ ਇਹਦੇ ਉੱਤੇ? ਇਸ ਕਰਕੇ ਦਵੈਤ ਅਜੇ ਹੈ, ਇਹ ਮੰਨ ਲੈਣਾ ਚਾਹੀਦਾ। ਕੋਈ ਆਦਮੀ ਸੁਣਿਆ ਮੰਨ ਜਾ ਮੇਰੇ ਵਿੱਚ ਹੰਕਾਰ ਨਹੀਂ ਹੈ, ਮੇਰੇ ਵਿੱਚ ਹੰਕਾਰ ਨਹੀਂ। ਗੁਰੂ ਅਰਜਨ ਦੇਵ ਜੀ ਨੇ ਤਾਂ ਹੀ ਇੱਕ ਸਿੱਖ ਨੂੰ ਪੁੱਛਿਆ ਸੀ, ਬਾਅਦ ਵਿੱਚ ਉਹ ਭਾਈ ਕਮਲੀਆ ਹੋਏ, ਪਹਿਲਾਂ ਭਾਈ ਲੱਖੂ ਸਨ। ਪਹਿਲੇ ਦਿਨ ਆਏ, ਉਹਨਾਂ ਇਹ ਨਹੀਂ ਪੁੱਛਿਆ ਕਿ ਤੂੰ ਮਾੜੇ ਕਰਮ ਕਿਹੜੇ ਕਰਨਾ, ਸ਼ਰਾਬ ਪੀਂਦਾ
ਕਿ ਰਿਸ਼ਵਤ ਲੈਂਦਾ ਹੈ ਕਿ ਹੋਰ ਕੁਝ ਕਰਨਾ ਹੈ। ਇਹ ਨਹੀਂ ਪੁੱਛਿਆ ਗੁਰੂ ਅਰਜਨ ਦੇਵ ਜੀ ਨੇ। ਪਹਿਲਾਂ ਇਹ ਪੁੱਛਿਆ ਚੰਗੇ ਕੰਮ ਕਿੰਨੇ ਕਰਨਾ ਹੈ, ਕਿਉਂਕਿ ਜੇ ਬੰਦਾ ਹੰਕਾਰੀ ਹੋਵੇਗਾ ਤੇ ਲਿਸਟ ਕੱਢ ਕੇ ਬੈਠ ਜਾਏਗਾ, ਉੱਥੇ ਜੋੜ ਲਏਗਾ। ਪਰ ਉਹ ਵਿਅਕਤੀ ਐਸਾ ਸੀ, ਉਹਨੇ ਇੱਕਦਮ ਜਵਾਬ ਦਿੱਤਾ, ਕਹਿਣ ਲੱਗਾ ਇੱਕ ਵੀ ਚੰਗਾ ਨਹੀਂ ਹੈ, ਇੱਕ ਵੀ ਚੰਗਾ ਕੰਮ ਨਹੀਂ। ਇਹ ਦਸ਼ਾ ਸੀ ਵੀ ਇਹਦੇ ਵਿੱਚ ਹੰਕਾਰ ਨਹੀਂ ਹੈ। ਤਾਂ ਇਸ ਤਰ੍ਹਾਂ ਦਾ ਜੋ ਮਨੁੱਖ ਹੈ ਉਹਨੂੰ ਬਹੁਤੀ ਘਾਲਣਾ ਦੀ ਜ਼ਰੂਰਤ ਨਹੀਂ ਪੈਂਦੀ। ਵੇਖੈ ਸਗਲ ਸ੍ਰਿਸ਼ਟ ਸਾਜਨਾ, ਫਿਰ ਹਜੂਰ ਕਹਿੰਦੇ ਸੂਖ ਦੁਖ ਜਨ ਸਮ ਦ੍ਰਿਸ਼ਟੇਤਾ। ਸੁਖ ਤੇ ਦੁੱਖ ਜਿਹਨੂੰ ਸਮ ਦਾ ਅਰਥ ਬਰਾਬਰ, ਦ੍ਰਿਸ਼ਟੇਤਾ ਦੇ ਅਰਥ ਨਹੀਂ ਪ੍ਰਤੀਤ ਹੋਣ ਲੱਗ ਪੈਂਦੇ। ਨਾ ਗਰੀਬੀ ਨਾ ਅਮੀਰੀ ਇੱਕੋ ਜਿਹੀ ਹੈ। ਜੋ ਚੰਗਾ ਹੈ ਮਾੜਾ ਹੈ, ਇਹ ਨਹੀਂ ਵੀ ਉਹ ਦੁੱਖ ਨੂੰ ਹੀ ਪ੍ਰਵਾਨ ਕਰਦਾ, ਇਹ ਨਹੀਂ ਵੀ ਉਹ ਸੁੱਕੀ ਰੋਟੀ ਨੂੰ ਪ੍ਰਵਾਨ ਕਰਦਾ। ਜੇ ਘਿਓ ਵਾਲੀ ਆ ਜਾਏ ਤਾਂ ਵੀ ਉਸ ਤਰ੍ਹਾਂ ਦੀ, ਸੁੱਕੀ ਆ ਗਈ ਤਾਂ ਵੀ ਉਸ ਤਰ੍ਹਾਂ ਦੀ। ਜੇ ਕੱਪੜੇ ਪਾਟੇ ਹੋਏ ਨੇ, ਅਸੀਂ ਕਈ ਵਾਰੀ ਇਹ ਵਿਆਖਿਆ ਕਰ ਦਿੰਦੇ ਹਾਂ ਜੀ ਇਹ ਸਾਧੂ ਕੱਪੜੇ ਪਾਟੇ ਹੋਣ, ਮੈਲੇ ਹੋਣ, ਜੁੱਤੀ ਟੁੱਟੀ ਹੋਵੇ, ਜੋੜਾ ਪਾਇਆ ਹੀ ਨਹੀਂ ਹੁੰਦਾ। ਇੱਕ ਸੱਜਣ ਮੈਨੂੰ ਕਹਿੰਦੇ ਜੀ ਇਹ ਬਹੁਤ ਵੱਡੇ ਸਾਧੂ ਨੇ। ਮੈਂ ਕਿਹਾ ਕਿਉਂ? ਕਹਿੰਦੇ ਜੋੜਾ ਹੀ ਨਹੀਂ ਪਾਉਂਦੇ। ਮੈਂ ਕਿਹਾ ਜੋੜਾ ਤੇ ਚੋਰ ਵੀ ਨਹੀਂ ਪਾਉਂਦੇ, ਕਿਉਂਕਿ ਲੰਘਣ ਲੱਗਿਆ ਆਵਾਜ਼ ਆਉਂਦੀ ਜੋੜੇ ਨਾਲ, ਬਚਣ ਵਾਸਤੇ ਨਹੀਂ ਪਾਉਂਦੇ। ਇਹ ਕਿਰਿਆ ਹੈ। ਜੋੜਾ ਨਾ ਪਾਉਣਾ ਇੱਕ ਸਰੀਰ ਦਾ ਕੰਮ ਹੈ। ਉਹਨਾਂ ਦਾ ਪ੍ਰਵਾਨ ਜੋੜਾ ਨਾ ਪਾਉਣਾ, ਜਿਨ੍ਹਾਂ ਨੂੰ ਜੋੜਾ ਪਾਉਣਾ ਰੱਬ ਦੇ ਪਿਆਰ ਵਿੱਚ ਭੁੱਲ ਗਿਆ, ਯਾਦ ਨਹੀਂ ਰਿਹਾ। ਯਾਦ ਵੱਡੀ ਹੋ ਗਈ ਤੇ ਜੋੜਾ ਛੋਟਾ ਰਹਿ ਗਿਆ, ਚੇਤਾ ਨਹੀਂ ਰਿਹਾ, ਲੈ ਗਿਆ, ਗਵਾਚ ਗਿਆ, ਚਲਾ ਗਿਆ। ਇਹ ਹੈ ਜੋੜਾ ਲਾਉਣਾ। ਇਸ ਕਰਕੇ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ, ਉਹਨਾਂ ਨੇ ਜਵਾਬ ਦਿੱਤਾ 33 ਸਵਈਆਂ ਵਿੱਚ, ਜੇ ਨੰਗੇ ਪੈਰੀ ਰਹਿਣ ਨਾਲ ਰੱਬ ਮਿਲਦਾ ਹੋਵੇ ਤੇ ਬਾਂਦਰਾ ਸਦੀਵ ਪਾਏ ਨਾਂਗੇ ਹੀ ਫਿਰਤ ਹੈ। ਆ ਜਿਹੜੇ ਬੰਦਰ ਨੇ ਸਾਰੇ ਨੰਗੇ ਪੈਰੀ ਫਿਰਦੇ ਨੇ, ਇਹ ਕੋਈ ਰੱਬ ਨੂੰ ਨਹੀਂ ਮਿਲ ਲੈਂਦੇ। ਹਾਂ, ਜੇ ਕੋਈ ਪਿਆਰ ਵਿੱਚ ਨਗਨ ਪੈਰ ਹੋ ਜਾਏ ਤਾਂ ਉਹ ਚੀਜ਼ ਵੱਖਰੀ ਹੈ। ਤਾਂ ਉਹਨਾਂ ਨੂੰ ਜੇ ਇਹ ਨਹੀਂ ਕਿ ਪਾਟੇ ਕੱਪੜਿਆਂ ਵਾਲਾ ਹੀ ਪ੍ਰਵਾਨ ਹੋ ਸਕਦਾ, ਭਾਵੇਂ ਉਹ ਬਾਦਸ਼ਾਹੀ ਜਾਮਾ ਪਾ ਲੈਣ ਤਾਂ ਵੀ ਉਸੇ ਤਰ੍ਹਾਂ ਨੇ, ਭਾਵੇਂ ਉਹ ਪਾਟੇ ਪਾ ਲੈਣ। ਦੁੱਖ ਸੁਖ ਜਨ ਸਮ ਦ੍ਰਿਸ਼ਟੇਤਾ। ਇਸੇ ਕਰਕੇ ਉਹਨਾਂ ਨੂੰ ਨਾਨਕ ਪਾਪ ਪੁੰਨ ਨਹੀਂ ਲੇਪਾ। ਨਾ ਉਹਨਾਂ ਨੂੰ ਕਿਸੇ ਚੀਜ਼ ਨੂੰ ਅੰਗੀਕਾਰ ਕਰਨ ਵਿੱਚ ਪਾਪ ਲੱਗਦਾ, ਭਾਵੇਂ ਉਹ ਚਮਕਣੇ ਵਸਤਰ ਪਾ ਲੈਣ, ਚੰਗਾ ਖਾ ਲੈਣ, ਵਧੀਆ ਚੀਜ਼ਾਂ ਵਰਤ ਲੈਣ, ਤਾਂ ਅਸੀਂ ਉਹਨਾਂ ਨੂੰ ਵਰਤ ਕੇ ਪਾਪੀ ਹੋ ਜਾਂਦੇ ਹਾਂ, ਕਿਉਂਕਿ ਉਹਨਾਂ ਨੂੰ ਪਾ ਕੇ ਅਸੀਂ ਉਹਨਾਂ ਨਾਲ ਜੁੜ ਜਾਂਦੇ ਹਾਂ, ਉਹਨਾਂ ਨੂੰ ਆਪਣਾ ਸਮਝ ਲੈਂਦੇ, ਉਹ ਪਾਪ ਹੋ ਜਾਂਦਾ। ਉਹਨਾਂ ਨੂੰ ਪਾਪ ਨਹੀਂ, ਕਿਉਂਕਿ ਉਹਨਾਂ ਚੀਜ਼ਾਂ ਨਾਲ ਸੰਬੰਧਿਤ ਹੀ ਨਹੀਂ ਹੁੰਦੇ। ਨਾ ਉਹਨਾਂ ਨੂੰ ਪੁੰਨ ਹੈ, ਨਾ ਉਹ ਪੁੰਨ ਵਿੱਚ ਵੱਜਦੇ ਨੇ, ਕਿਉਂਕਿ ਖਿਆਲ ਰੱਖਣਾ, ਜਿੱਥੇ ਪਾਪ ਨਾਲ ਬੰਦਾ ਵੱਜਦਾ ਪੁੰਨ ਨਾਲ ਵੀ ਵੱਜ ਜਾਂਦਾ ਹੈ, ਪੁੰਨ ਨਾਲ ਵੀ ਵੱਜਦਾ, ਉਹ ਪੁੰਨ ਵਿੱਚ ਵੀ ਨਹੀਂ ਵੱਜਦੇ। ਪੁੰਨ ਦਾ ਅਰਥ, ਜੇ ਕੋਈ ਗਰੀਬੀ ਦਾਵਾ ਆ ਗਿਆ ਜਾਂ ਕੋਈ ਪੁੰਨ ਕੀਤਾ, ਕੋਈ ਕਰਮ ਕੀਤਾ ਧਰਮ ਦਾ, ਉਹ ਪੁੰਨ ਹੋ ਗਿਆ, ਉਹਦੇ ਨਾਲ ਵੀ ਨਹੀਂ ਵੱਜਦੇ। ਨਾਨਕ ਪਾਪ ਪੁੰਨ ਨਹੀਂ, ਸੂਖ ਦੁਖ ਜਨ ਸਮ ਦ੍ਰਿਸ਼ਟੇਤਾ। ਨਾਨਕ ਪਾਪ ਪੁੰਨ ਨਹੀਂ ਲੇਪਾ। ਅਗਲੇ ਪਦੇ ਵਿੱਚ ਸਾਹਿਬ ਕਹਿੰਦੇ, ਨਿਰਧਨ ਕੋ ਧਨ ਤੇਰੋ ਨਾਉ। ਜਿਹੜਾ ਨਾਮ ਨਾਲ ਜੁੜਿਆ ਹੋਇਆ ਮਨੁੱਖ ਹੈ, ਨਾਮ ਉਹਦੇ ਤੇ ਇਸ ਤਰ੍ਹਾਂ ਅਸਰ ਕਰਕੇ ਰੱਖਦਾ ਜਿਵੇਂ ਉਹ ਕਰੋੜਪਤੀ ਹੋਵੇ, ਪਰਵਾਹ ਨਹੀਂ ਕਰਦਾ ਕਿਸੇ, ਝੁਰਦਾ ਨਹੀਂ, ਉਹਦਾ ਚਿਹਰਾ ਨਹੀਂ ਕਦੀ ਝੁਕਦਾ। ਆ ਤੁਸੀਂ ਸੁਣਿਆ ਹੋਵੇਗਾ, ਗੁਰੂ ਨਾਨਕ ਦੇਵ ਜੀ ਨੂੰ ਸੱਜਣ ਠੱਗ ਨੇ ਤੁਲੰਬੇ ਦੇ ਵਿੱਚ ਕਿਉਂ ਘਰ ਲੈ ਕੇ ਗਏ ਸਨ? ਕਾਰਨ ਕੀ ਸੀ? ਕਿਉਂਕਿ ਜਿਹੜਾ ਸੱਜਣ ਠੱਗ ਹੈ, ਆਮ ਬੰਦੇ ਨੂੰ, ਆਮ ਸਾਧੂ ਨੂੰ ਜਾਂ ਕਿਸੇ ਨੂੰ ਘਰ ਨਹੀਂ ਸੀ ਲਿਆਉਂਦਾ, ਯਾਤਰੀ ਨੂੰ। ਉਹ ਪਹਿਲਾਂ ਆਦਮੀ ਦਾ ਚਿਹਰਾ ਵੇਂਦਾ ਸੀ, ਚਿਹਰੇ ਤੋਂ ਕੀ ਪ੍ਰਤੀਤ ਕਰਦਾ ਸੀ। ਤੁਸੀਂ ਵੇਖਿਆ ਹੋਵੇਗਾ, ਜਿਸ ਬੰਦੇ ਕੋਲ 4 ਪੈਸੇ ਨੇ ਉਹਦਾ ਚਿਹਰਾ ਥੋੜਾ ਜਿਹਾ ਵੱਖਰਾ ਹੀ ਹੁੰਦਾ, ਥੋੜਾ ਜਿਹਾ ਖਾਂਦਾ ਪੀਂਦਾ ਵਧੀਆ, ਖੂਨ ਚੰਗਾ ਉਹਦੇ ਵਿੱਚ ਬਣਿਆ ਹੁੰਦਾ, ਚੰਗੇ ਫਲ ਫਰੂਟ ਛਕਦਾ, 14-15 ਗ੍ਰਾਮ ਖੂਨ ਹੁੰਦਾ, ਉਹਦੀ ਚਾਲ ਵੀ ਥੋੜੀ ਜਿਹੀ ਹੋਰ ਤਰ੍ਹਾਂ ਦੀ ਹੁੰਦੀ ਹੈ, ਕੱਪੜੇ ਵਧੀਆ ਹੁੰਦੇ, ਪਤਾ ਲੱਗ ਜਾਂਦਾ ਵੀ ਇਹਦੀ ਜੇਬ ਵਿੱਚ
ਹੈ ਕੁਝ ਜਮਾ ਕਰੀ ਫਿਰਦਾ। ਤੇ ਸੱਜਣ ਵੇਖ ਲੈਂਦਾ ਸੀ ਵੀ ਚਿਹਰਾ ਕਿਹਦਾ ਚਮਕਦਾ ਥੋੜਾ ਜਿਹਾ ਜ਼ਿਆਦਾ। ਅੱਗ ਪਾਣੀ ਦੀ ਖੇਡ, ਚਿਹਰਾ ਚਮਕਣ, ਥੋੜੀ ਜਿਹੀ ਵੱਧ ਗਈ ਤੇ ਚਮਕ ਗਿਆ, ਥੋੜੀ ਜਿਹੀ ਘਟ ਗਈ ਤੇ ਘੱਟ ਹੋ ਗਿਆ। ਇਹ ਵੇਖ ਲੈਂਦਾ ਸੀ ਤੇ ਫਿਰ ਜਿਹਦਾ ਬਹੁਤਾ ਚਮਕਦਾ ਸੀ ਉਹਨੂੰ ਬਾਅਦ ਚੰਗੇ ਵਧੀਆ ਕਮਰੇ ਵਿੱਚ ਵਧੀਆ ਚਾਦਰ ਵਿਛਾ ਕੇ ਬਿਠਾਉਂਦਾ ਸੀ। ਤੇ ਜਦੋਂ ਆਏ ਨਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੇ ਭਾਈ ਮਰਦਾਨਾ, ਚਿਹਰੇ ਚਮਕਣ ਦੋਵਾਂ ਦੇ, ਦੂਰੋਂ ਚਮਕ ਪਵੇ। ਨਾਲ ਦਿਆਂ ਨੂੰ ਕਹਿੰਦਾ ਹੈ ਵੀ ਵਪਾਰੀ ਬੜੇ ਵੇਖੇ ਨੇ ਪਰ ਇਹਨਾਂ ਵਰਗਾ ਵਪਾਰੀ ਨਹੀਂ, ਇਹ ਤੇ ਕਰੋੜਾਂ ਪਤੀ ਨਹੀਂ ਅਰਬਾਂ ਪਤੀ ਲੱਗਦੇ ਨੇ। ਵਾਕਈ ਉਹਦਾ ਭੁਲੇਖਾ ਠੀਕ ਸੀ। ਨਾਲ ਦਿਆਂ ਨੂੰ ਕਹਿੰਦੇ ਵੀ ਇਹਨਾਂ ਨੂੰ ਸਭ ਤੋਂ ਵਧੀਆ ਸਹੂਲਤ। ਉਹਨਾਂ ਕਿਹਾ ਕਿਉਂ? ਕਹਿੰਦੇ ਚਿਹਰੇ ਵੇਖੋ ਕਿਵੇਂ ਚਮਕਦੇ ਨੇ। ਵਾਕਈ ਹੀ ਮਨੁੱਖ ਦੇ ਅੰਦਰ ਕੋਈ ਐਸਾ ਕੇਂਦਰ ਹੈ ਜਿੱਥੋਂ ਉਹਦੇ ਸਰੀਰ ਨੂੰ ਵੀ ਤਾਕਤ ਮਿਲ ਸਕਦੀ। ਉਥੋਂ ਉਹਨੂੰ, ਜਿਹਨੂੰ ਭਗਤ ਜੀ ਕਹਿੰਦੇ 70 ਦੋਏ ਭਰੇ ਅੰਮ੍ਰਿਤ ਸਰ ਬਿਖ ਕੋ ਮਾਰ ਕਢਾਵੋ, ਤਾਂ ਉਹਨੇ ਕਿਹਾ ਬਹੁਤ ਹੀ ਚਮਕ ਦਮਕ ਵਾਲੇ ਲੱਗਦੇ, ਇਹਨਾਂ ਨੂੰ ਚੰਗੇ ਕਮਰੇ ਵਿੱਚ ਨਿਵਾਸ ਦਿਓ। ਚੰਗੇ ਕਮਰੇ ਵਿੱਚ ਨਿਵਾਸ ਵਧੀਆ, ਚੌਵਾਂ ਪਾਸੇ ਫੁੱਲ ਲਮਕਦੇ ਨੇ, ਸਾਧ ਸੰਗਤ, ਖੁਸ਼ਬੂ ਆਉਂਦੀ ਏ। ਤੇ ਭਾਈ ਮਰਦਾਨਾ ਜੀ ਤੁਰ ਤੁਰ ਕੇ ਵਿਚਾਰੇ ਥੱਕੇ ਹੋਏ ਸਨ, ਬੜੇ ਖੁਸ਼ ਹੋਏ। ਕਹਿਣ ਲੱਗੇ ਮਹਾਰਾਜ ਅਸੀਂ ਸੁਣਿਆ ਅਸੀਂ ਭਗਤੀ ਕਰੀਏ ਤੇ ਰਿੱਧੀਆਂ ਸਿੱਧੀਆਂ ਆਉਂਦੀਆਂ ਨੇ, ਲੱਗਦਾ ਆ ਗਈਆਂ ਨੇ ਅੱਜ। ਕਿਉਂ? ਕਹਿੰਦੇ ਕੀ ਗੱਲ, ਇਸ ਤਰ੍ਹਾਂ ਦਾ ਕਮਰਾ ਕਦੀ ਨਹੀਂ ਵੇਖਿਆ। ਹਜ਼ੂਰ ਕਹਿੰਦੇ ਮਰਦਾਨਿਆ ਇਹਨਾਂ ਰਿੱਧੀਆਂ ਸਿੱਧੀਆਂ ਤੋਂ ਥੋੜਾ ਜਿਹਾ ਬਚ ਕੇ ਰਹੀਂ। ਇਹ ਜਿਹੜੇ ਫੁੱਲ ਚਮਕਦੇ ਨੇ ਇਹਨਾਂ ਦੇ ਪਿੱਛੇ ਝਾਤੀ ਮਾਰ ਕੇ ਵੇਖ। ਕਹਿੰਦੇ ਨਹੀਂ ਮਹਾਰਾਜ, ਵੈਸੇ ਤੇ ਸਾਨੂੰ ਪੁੱਛਦੇ ਹੀ ਕੋਈ ਨਹੀਂ, ਤੇ ਜੇ ਪੁੱਛੇ ਤੇ ਤੁਸੀਂ ਉਲਟ ਹੋ ਜਾਂਦੇ ਹੋ। ਕਹਿੰਦੇ ਬਸ ਇਹੀ ਤੇ ਗੱਲ। ਬੜੇ ਲੋਕ ਕਹਿੰਦੇ ਨੇ ਇਹ ਸੰਤ ਜੀ ਸਾਧੂ ਗਰਮ ਬੜੇ ਹੁੰਦੇ ਨੇ, ਗਰਮ ਉਹਨਾਂ ਨੂੰ ਹੋਣਾ ਹੀ ਪੈਂਦਾ, ਜਿਹੜੇ ਠੰਡੇ ਹੋਏ ਉਹਨਾਂ ਨੂੰ ਦੁਨੀਆ ਲੁੱਟ ਕੇ ਲੈ ਗਈ। ਕਹਿੰਦੇ ਮਰਦਾਨਿਆ ਸਮੀ ਨਾ। ਕਹਿੰਦੇ ਮਹਾਰਾਜ ਪਹਿਲਾਂ ਤੇ ਕਮਰਾ ਮਿਲੇ ਹੀ ਕਦੀ ਨਹੀਂ, ਰੋੜਾਂ ਤੇ ਰੋਜ਼ ਬਹੀਦਾ, ਨੀਂਦ ਉੱਥੇ ਨਹੀਂ ਆਉਂਦੀ। ਜੇ ਅੱਜ ਤੁਲਾਈ ਮਿਲੀ ਗਈ ਕਮਾਲ ਹੋ ਗਈ। ਵੈਸੇ ਤੁਸੀਂ ਸ਼ਬਦਾਂ ਵਿੱਚ ਗਾਉਂਦੇ ਹੋ ਵੀ ਨਾਮ ਜਪੀਏ ਤੇ ਬਹੁਤ ਕੁਝ ਮਿਲਦਾ ਹੈ, ਤੇ ਸਾਡੀ ਤੇ ਹਾਲਤ ਹੀ ਵੱਖਰੀ ਬਹੁਤ ਹੋ ਗਈ। ਪਹਿਲਾਂ ਮਿਲਦਾ ਨਹੀਂ ਕੁਝ, ਜੇ ਮਿਲੇ ਤੇ ਵਰਤਨ ਨਹੀਂ ਦਿੰਦੇ। ਸਤਿਗੁਰਾਂ ਨੇ ਪਿਆਰ ਨਾਲ ਆਪਣੇ ਸਿੱਖ ਦੀ ਪਿੱਠ ਤੇ ਹੱਥ ਫੇਰਿਆ। ਕਹਿੰਦੇ ਮਰਦਾਨਿਆ ਤੈਨੂੰ ਮੈਂ ਇਸ ਦੁਨੀਆ ਦੀਆਂ ਤੁਲਾਈਆਂ ਨਹੀਂ ਦੇਣੀਆਂ, ਤੈਨੂੰ ਮੈਂ ਇਸ ਦੁਨੀਆ ਦੇ ਬਹੁਤੇ ਸੁੱਖ ਨਹੀਂ ਦੇਣੇ। ਤੇਰੀ ਡਿਊਟੀ ਹੈ, ਤੇਰਾ ਕੰਮ ਹੈ, ਇੱਥੇ ਤੈਨੂੰ ਜਗਾ ਕੇ ਰੱਖਣਾ। ਇੱਥੇ ਤੂੰ ਕਿਸੇ ਮਿਸ਼ਨ ਵਿੱਚ ਹੈ, ਕਿਸੇ ਕੰਮ ਵਿੱਚ ਹੈ। ਫਿਰ ਤੈਨੂੰ ਪਤਾ ਲੱਗੇਗਾ ਜਦੋਂ ਮੈਂ ਤੈਨੂੰ ਕਈ ਕੁਝ ਦਿਆਂਗਾ। ਚੰਗੇ ਸਨ ਵਿਚਾਰੇ ਭਾਈ ਮਰਦਾਨਾ ਜੀ, ਭੋਲੇ ਸਨ, ਬੱਚਿਆਂ ਵਾਂਗੂ ਗੱਲਾਂ ਵਿੱਚ ਪੂਰੇ ਆ ਜਾਂਦੇ ਸਨ। ਪਿਆਰ ਨਾਲ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਇਹਨੇ ਚਿਰ ਨੂੰ ਪਾਣੀ ਗਰਮ ਆ ਗਿਆ ਜੀ, ਪੈਰ ਧੋਵੋ। ਹਜ਼ੂਰ ਕਹਿੰਦੇ ਵੀ ਅਸੀਂ ਪੈਰ ਨਹੀਂ ਧੋਣੇ। ਭੋਜਨ ਬੜਾ ਵਧੀਆ ਆਇਆ, ਸੁਗੰਧੀ ਆਉਂਦੀ ਸੀ। ਭਾਈ ਮਰਦਾਨੇ ਦਾ ਚਿੱਤ ਕਰੇ, ਸਤਿਗੁਰਾਂ ਨੇ ਇਸ਼ਾਰਾ ਕਰ ਦਿੱਤਾ ਨਹੀਂ ਛਕਣਾ। ਸਤ ਬਚਨ ਮਹਾਰਾਜ, ਭੁੱਖ ਬਹੁਤ ਲੱਗੀ, ਪਰ ਗੁਰੂ ਦਾ ਹੁਕਮ, ਭੁੱਖ ਲੱਗੀ ਏ, ਭੋਜਨ ਵੀ ਸਾਦਾ ਹੈ, ਪ੍ਰਸ਼ਾਦਾ ਪਾਣੀ ਹੈ, ਸਿਰਫ ਕੋਈ ਉੱਥੇ ਮੱਛੀ ਨਹੀਂ ਤਲੀ ਹੋਈ। ਪਰ ਗੁਰੂ ਨੇ ਇਸ਼ਾਰਾ ਕਰ ਦਿੱਤਾ, ਸਿੱਖ ਨੇ ਕਹਿ ਦਿੱਤਾ ਨਹੀਂ ਛਕਣਾ। ਅਸੀਂ ਵੀ ਸਿੱਖ ਹਾਂ, 36 ਪ੍ਰਕਾਰ ਦੇ ਭੋਜਨ ਪਏ ਨੇ, ਜਿੰਨਾ ਚਿਰ ਆਂਡਾ ਮੀਟ ਨਾ ਹੋਵੇ ਤੇ ਅਸੀਂ ਕਹਿੰਦੇ ਹਾਂ ਸਿੱਖ ਨਹੀਂ ਪੂਰੇ ਬਣੇ। ਸਭ ਕੁਝ ਹੁੰਦਿਆਂ ਵੀ ਅਸੀਂ ਸਾਰੇ ਪ੍ਰਬੰਧ ਨੇ, ਪਰ ਗੁਰੂ ਦੇ ਹੁਕਮ ਦੀ ਪਰਵਾਹ ਨਹੀਂ। ਉਹ ਕੈਸਾ ਸਿੱਖ ਜਿੰਨਾ ਚਿਰ ਗੁਰੂ ਇਸ਼ਾਰਾ ਨਹੀਂ ਕਰਦਾ ਉਹਨਾਂ ਚਿਰ ਰੋਟੀ ਨਹੀਂ ਖਾਣੀ। ਨਹੀਂ ਖਾਧੀ। ਫਿਰ 12 ਵਜੇ ਕੀਰਤਨ ਸ਼ੁਰੂ ਹੋ ਗਿਆ, 12:30 ਵਜੇ। ਸਾਰਾ ਕੀਰਤਨ ਸੱਜਣ ਦੇ ਜੀਵਨ ਦਾ ਸੀ, ਉਹਦੀ ਤਸਵੀਰ ਸੀ। ਕੋਲ ਬੈਠ ਗਿਆ, ਉਹਦੇ ਅੰਦਰ ਦੀ ਸਫਾਈ ਹੋ ਗਈ, ਪਾਣੀ ਬਾਹਰ ਵਹਿ ਗਿਆ ਅੱਖਾਂ ਵਿੱਚ। ਨੇੜੇ ਆਇਆ ਤੇ ਸਤਿਗੁਰਾਂ ਨੇ ਕਿਹਾ ਸੱਜਣ ਬੜੇ ਲੋਕਾਂ ਨੂੰ ਤੂੰ ਲੁੱਟਿਆ, ਸਾਨੂੰ ਵੀ ਲੁੱਟ ਲੈ।
पर वेख लै लुटेरा क्वालिटी दा बन के आ, जो मर्जी लुट लै। हाँ तेनू इस शर्त नाल कहने आ, जिन्ना मर्जी लुटेगा साडे कोलों घटना नहीं। तू लुटन वाला बन, बड़ा कुछ तू लुटिया है, जिन्ना तो तू लुटिया वो मारे गए ते तेरे पल्ले कख नहीं पिया। तू सानू लुट लै, तेनू भी बहुत कुछ मिल जाएगा, साडा भी कुछ नहीं जाना। महाराज वो की कहन लगे, रब दा प्यार, ओदी याद। फिर इन्हें पुछया, महाराज तुहाडे चेहरे चमकदे वेख के ते मैं तुहाडे पिछे पिया। बंदे दा चेहरा ओदा चमकदा, तां ये मैं बेनती कर रहा सां, सतगुरां ने ओहदे ते किरपा कीती। तां इत्थे कह रहे ने, निरधन को धन तेरो नाऊं। एक अंदर ऐसा जज्बा रहिंदा उस मनुख दे कि ओहदे अगे धन मिट्टी हो जांदा संसार दा। निथावे को नाऊं तेरा थाऊं। जिस मनुख दे अंदर परमात्मा दा नाम टिक जाए, वो चाहे निथावा भी रहे, चाहे वो माछीवाड़े दे जंगल विच सुता, थां नहीं घर दूर रह गया, फिर भी कहंदा थां बहुत वधिया है, यारड़े दा सानू सत्थर चंगा। ये ओदा थां है। निथावे को नाऊं तेरा थाऊं। फिर कहंदे ने, माने को प्रभ तेरो मान। ऐसे व्यक्ति नूं मान, इज्जत, वडियाई दी भुख नहीं बचदी, तुच्छ समझदा, छोटी रह जांदी। जिन्नू गुरु कोलों वधाइयां मिलण, संसार दीयां वधाइयां पिछे क्यों दौड़दा फिरे? गुरु अमरदास दे बचन पढ़दे हो ना हर रोज़, सतगुर तां पाया सहज सेती, मन वजियां वधाइयां। वो की परवाह करे फिर संसार दीयां वडियाइयां। इस करके उन्होंने मान मिलदा उहदे घर विचों। हजूर कहंदे, सगल घटां को देवो दान। इन्ना बेअंत है कि सारे लोकां नूं दान देई जांदा, बेशर्त देई जांदा, मुੱਲ नहीं लेंदा वापस। भी किन्ने सवास तुहानू दिते, किन्ना पानी दिता, वापस कुछ नहीं लेंदा, दान देई जांदा। हजूर कहंदे, करन करावण हार सुआमी, सगल घटां के अंतर जामी। रब विच दो चीज़ां ने, ये शब्द बड़े प्यारे ने, करन ते करावण हार। बड़े सोहने इशारे करते हैं शब्द। रब दो काम कर सकता, खुद भी कर सकता, भावें उहदा शरीर कोई नहीं, की पता किवें करदा है। काम करना होवे ते सीधा कर लैंदा, किसी नूं नहीं लिआउंदा विच, पर वो आप घट ही करदा है। करावणहार ज़्यादा है, वो किसी नूं वरत के काम कर दिंदा। जिवें आपां आउंदे आ ना, कोई ना कोई गुरु घर आउंदे ते कई सज्जन कहंदे, कोई दुख सुख हुंदा ते आउंदिआं नूं शब्द लगा हुंदा कीर्तनियां दे, रागियां दे द्वारा। वो जिन्ना दुख है उहदा उस शब्द द्वारा बाहर निकल जांदा। वो कहंदा है ते शब्द ही मेरा है। ना पढ़न वाले नूं पता भी ये कौन बंदा है ते की गल, पढ़न वाले ने पढ़ दिता, पर किसी ने पढ़ाया। करावणहार, वो कर रहा काम किते बैठ के पिछे। रब कर भी सकदा सीधा, जो मर्जी कर सकदा। करावणहार आ किसी बंदे नूं फड़ के उहदे विच वरत जाए, उहनूं पता भी नहीं लगदा, काम करके पासे हो जांदा। करन करावणहार सुआमी, सगल घटां के अंतर जामी। सारियां दे दिलां दी, मनां दी हर एक हालत नूं जानन वाला है। अपनी गत मित जानो आपे। तुसी अपनी शक्ति नूं, गति नूं और मित ताकत नूं आप ही जान सकते हो कि किन्नी कु बेअंत है। आपन संग आप प्रभराते। वो ऐसा है भी वो अपने आप नाल आप ही रंगिया रहिंदा है, काला नहीं पैंदा। जिवें इकल्ला आदमी आपां देखांगे दौड़ेगा भजेगा, दूसरे नूं लभदा, होर कुछ ना लभे ते अपनी कुर्सी दी लत्त नूं पैर मारी जांदा, दूजा चाहीदा उसनूं। अखबार लभदा, रसाला लभदा, कंध खड़काई जांदा, कुछ ना कुछ जरूर करदा। आदमी इकल्ला नहीं रह सकदा। दो शख्सियतां कलियां रह सकदियां, एक रब, एक रब दा प्यारा।
ਕਿਉਂਕਿ ਉਹ ਆਪਣੇ ਆਪ ਨਾਲ ਆਪ ਹੀ ਰੰਗੇ ਰਹਿੰਦੇ ਨੇ। ਉਹ ਆਪਣੇ ਆਪ ਨਾਲ ਆਪ ਹੀ ਕੰਮ ਕਰਦੇ ਰਹਿੰਦੇ ਨੇ, ਦੂਸਰੇ ਦੀ ਲੋੜ ਨਹੀਂ ਪੈਂਦੀ। ਇਸ ਲਈ ਕਹਿੰਦੇ ਆਪਣ ਸੰਗ ਆਪ ਪ੍ਰਭ ਰਾਤੇ, ਤੁਮਰੀ ਉਸਤਤ ਤੁਮ ਤੇ ਹੋਏ। ਇਹ ਉਸਤਤ ਜਿਹੜੀ ਹੈ ਸ਼ੁਰੂਆਤ ਹੈ ਜਿਹੜੀ ਆਪਾਂ ਕਰਨੇ ਆ ਬਾਣੀ ਪੜ੍ਹ ਕੇ, ਕੀਰਤਨ ਕਥਾ ਦੁਆਰਾ। ਪਰ ਜਿਹੜਾ ਉਸਤਤ ਦਾ ਅੰਦਰਲਾ ਸਰੂਪ ਹੈ ਨਾ, ਜਿੱਥੇ ਜਾ ਕੇ ਉਸਤਤ ਥਾਂ ਪੈਂਦੀ ਹੈ, ਉਹ ਆਦਮੀ ਖੁਦ ਨਹੀਂ ਕਰ ਸਕਦਾ, ਉਹ ਰੱਬ ਉਹਦੇ ਵਿੱਚ ਵਰਤ ਕੇ ਆਪ ਕਰਾਉਂਦਾ ਹੈ। ਇਹਨੂੰ ਕਹਿ ਰਹੇ ਨੇ ਕਿ ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣ ਸੁਖੋਏ। ਹੋਰ ਕੋਈ ਵਿਅਕਤੀ ਜਾਣਦਾ ਨਹੀਂ ਕਿ ਉਹਦੀ ਉਸਤਤ ਅਸਲੀਅਤ ਵਿੱਚ ਕਿਵੇਂ ਕਰੀਦੀ, ਛੋਟੀ ਰਹਿ ਜਾਂਦੀ, ਗਲਤ ਹੋ ਜਾਂਦੀ ਹੈ। ਅਖੀਰ ਵਿੱਚ ਕਹਿੰਦੇ ਸਰਬ ਧਰਮ ਮਹਿ ਸ੍ਰੇਸ਼ਟ ਧਰਮ। ਸਾਰੇ ਧਰਮਾਂ ਵਿੱਚੋਂ ਸ੍ਰੇਸ਼ਟ ਧਰਮ ਕਿਹੜਾ ਹੈ? ਜਾਂ ਇਉਂ ਕਹਿ ਲਈਏ ਛੋਟੇ ਸ਼ਬਦਾਂ ਵਿੱਚ ਧਰਮੀ ਬੰਦੇ ਨੂੰ ਕੀ ਕਰਨਾ ਚਾਹੀਦਾ? ਜਵਾਬ ਦਿੱਤਾ, ਹਰ ਕੋ ਨਾਮ ਜਪ। ਇਹ ਇੱਕ ਕਰਮ ਹੈ, 50% ਧਰਮ ਜਪਣਾ, ਸਾਰਾ ਨਹੀਂ। ਇਹ ਖਿਆਲ ਰੱਖਣਾ, ਜਪਦੇ ਤਾਂ ਬੜੇ ਹਾਂ ਅਸੀਂ, ਬਹੁਤ ਸਾਰੇ ਨੇ, ਜਪਦਾ ਤੇ ਕੋਈ ਅੰਤ ਨਹੀਂ। 50% ਧਰਮ ਹੈ ਜਪਣਾ। ਹਰ ਕੋ ਨਾਮ ਜਪ। ਹਾਂ, ਜਪ ਕੇ ਪੱਪੇ ਨੂੰ ਸਿਹਾਰੀ, ਕੋਈ ਮਨੁੱਖ ਵਾਹਿਗੁਰੂ ਦਾ ਨਾਮ ਜਪ ਕੇ ਨਿਰਮਲ ਕਰਮ, ਫਿਰ ਕਰਮ ਵੀ ਨਿਰਮਲ ਕਰੇ। ਇਹਦਾ ਮਤਲਬ ਨਾਮ ਪਹਿਲਾਂ ਚਾਹੀਦਾ, ਕਰਮ ਨਿਰਮਲ ਬਾਅਦ ਵਿੱਚ ਚਾਹੀਦੇ, ਫਿਰ ਉਹ ਕੰਮ ਕਰਦੇ, ਫਿਰ ਉਹ ਥਾਂ ਪੈਂਦੇ ਨੇ ਨਿਰਮਲ ਕਰਮ। ਜੇ ਨਿਰਮਲ ਕਰਮ ਕਰੀ ਜਾਈ, ਹੁਣ ਇਹ ਅਰਥ ਅਸੀਂ ਆਪੋ ਆਪਣੇ ਕੱਢੀ ਜਾਂਦੇ। ਮੈਂ ਸੁਣ ਰਿਹਾ ਸੀ, ਜਿਹੜੇ ਜਪਣਾ ਨਹੀਂ ਚਾਹੁੰਦੇ ਉਹ ਕਹਿੰਦੇ ਹਰ ਕੋ ਨਾਮ ਜਪ ਨਿਰਮਲ ਕਰਮ। ਨਿਰਮਲ ਕਰਮ ਹੀ ਨਾਮ ਜਪਣਾ ਹੈ, ਉਹ ਇਹ ਕਹੀ ਜਾਂਦੇ ਨੇ। ਇੱਕ ਪੱਖ ਹੈ। ਅੱਜ ਇੱਕ ਹੋਰ ਸੱਜਣ ਮੈਂ ਸੁਣ ਰਿਹਾ, ਉਹ ਬਹੁਤਾ ਜਪਦੇ ਨੇ, ਉਹ ਕਹਿੰਦੇ ਨਾਮ ਜਪਣਾ ਹੀ ਨਿਰਮਲ ਕਰਮ ਹੈ, ਕੰਮ ਭਾਵੇਂ ਜਿਵੇਂ ਦੇ ਮਰਜ਼ੀ ਕਰੀ। ਇਹ ਗਲਤ ਹੈ। ਹਰ ਕੋ ਨਾਮ ਜਪ 50% ਧਰਮ ਹੈ, ਨਿਰਮਲ ਕਰਮ 50% ਅਗਲੇ ਨੇ, ਤਾਂ ਪੂਰਾ ਕੰਮ ਬਣੇਗਾ। ਹੁਣ ਇਸ ਤਰ੍ਹਾਂ ਅਸੀਂ ਜਪੀ ਗਏ ਤੇ ਦੁਕਾਨ ਖੋਲੀ ਸ਼ਰਾਬ ਦੀ, ਮੈਂ ਹੈਰਾਨ ਹੋ ਗਿਆ। ਬੜੇ ਵੱਡੇ ਖਾਨਦਾਨੀ ਲੋਕਾਂ ਦੀਆਂ ਸ਼ਰਾਬ ਦੀਆਂ ਦੁਕਾਨਾਂ, ਖਾਨਦਾਨੀ ਧਰਮੀ ਲੋਕ। ਨਾ ਵੱਜਦਾ ਹੈ, ਧਰਮ ਵਿੱਚ ਵੀ ਵੱਜਦਾ ਹੈ, ਤੇ ਉੱਥੇ ਦੁਕਾਨ ਤੇ ਵੀ ਨਾਮ ਵੱਜਦਾ ਜੀ, ਉਹਨਾਂ ਦੀ ਦੁਕਾਨ ਹੈ ਜੀ, ਉਹਨਾਂ ਦੀ। ਹੁਣ ਇੱਥੇ ਜਪ ਕੀ ਕਰੇਗਾ ਜੇ ਕਰਮ ਹੀ ਨਿਰਮਲ ਨਹੀਂ? ਤੇ ਕੰਮ ਸਿੱਧਾ ਸਾਵਾਂ ਬੰਦਾ ਗਲਤ ਕਰ ਰਿਹਾ, ਸ਼ਰਾਬ ਵੇਚ ਰਿਹਾ ਹੈ, ਝਟਕਈ ਦਾ ਕੰਮ ਕਰ ਰਿਹਾ ਹੈ, ਸਿਰਗਟਾਂ ਜਿਹੜੀਆਂ ਨੇ ਵੇਚੀਆਂ ਜਾ ਰਹੀਆਂ ਨੇ। ਵਿਦੇਸ਼ ਵਿੱਚ ਬੜੇ ਪੈਟਰੋਲ ਪੰਪ ਨੇ ਲੋਕਾਂ ਦੇ, ਬੜੇ ਧਰਮੀ ਬੰਦੇ ਨੇ ਕਈ, ਨਾਲ ਹੀ ਉੱਥੇ ਕੌਫੀ ਦੀ ਕੰਟੀਨ ਨੇ, ਨਾਲ ਸਿਗਰਟਾਂ ਵਿਕਦੀਆਂ ਨੇ। ਇਹ ਕਰਮ ਨਿਰਮਲ ਨਹੀਂ। ਸਤਿਗੁਰੂ ਕਹਿੰਦੇ ਨਾਮ ਵੀ ਜਪ ਤੇ ਨਿਰਮਲ ਕਰਮ ਦੋਵੇਂ। ਸਰਬ ਧਰਮ ਮੈਂ ਸ੍ਰੇਸ਼ਟ ਕਰਮ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮਹਿ ਉੱਤਮ ਕਿਰਿਆ। ਕਿਰਿਆਵਾਂ ਕਿਹੜੀਆਂ ਚੰਗੀਆਂ ਨੇ? ਕਿਰਿਆਵਾਂ ਦਾ ਅਰਥ ਹੈ ਜਿਵੇਂ ਆਪਾਂ ਕੋਈ ਵੀ ਧਰਮ ਦਾ ਕੰਮ ਕਰਨੇ ਆ, ਦਾਨ ਕਰਨੇ ਆ, ਛਬੀਲ ਲਾਉਂਦੇ ਆ। ਸਾਧ ਸੰਗ ਦੁਰਮਤ ਮਲ ਹਿਰਿਆ, ਸਾਧੂਆਂ ਦੀ ਸੰਗਤ ਕਰ ਕਰਕੇ ਮਨ ਵਿੱਚੋਂ ਹੰਕਾਰ ਦੀ ਮਤ ਦੀ ਮੈਲ ਨੂੰ ਕੱਢਣਾ। ਸਗਲ ਉਦਮ ਮੈਂ ਉਦਮ ਭਲਾ, ਸਾਰੇ ਉਦਮ ਕਰਨ ਨਾਲੋਂ ਚੰਗਾ ਉਦਮ ਕਿਹੜਾ? ਜਿਵੇਂ ਆਪਾਂ ਉਦਮ ਕਰਨੇ ਆ, ਕੋਈ ਵੀ ਧਾਰਮਿਕ ਉਪਰਾਲਾ ਕਰਨੇ ਆ, ਸਾਰਿਆਂ ਤੋਂ ਚੰਗਾ ਉਦਮ ਹੈ ਹਰ ਕਾ ਨਾਮ ਜਪੋ ਜੀ ਸਦਾ। ਸਦਾ ਹੀ ਨਿਰੰਤਰ, ਜਿਹਦੇ ਵਿੱਚ ਗਾਇਬ ਨਾ ਪਵੇ, ਜਿਹਦੇ ਵਿੱਚ ਵਿਥ ਨਾ ਪਵੇ। ਜਿਹਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਸੋ ਛੂਟੈ ਮਹਾਜਾਲ ਤੇ, ਜੇ ਗੁਰ ਸ਼ਬਦ ਨਿਰੰਤਰ। ਗਾਇਬ ਨਾ ਪਵੇ, ਵਿਥ ਨਾ ਪਵੇ। ਜਿਵੇਂ ਡਾਕਟਰ ਕਹਿੰਦਾ ਵੀ ਤੂੰ 3 ਟਾਈਮ ਦਵਾਈ ਖਾਣੀ, ਜੇ ਤੂੰ ਵਿੱਚ ਵਾਲਾ ਟਾਈਮ ਛੱਡ ਗਿਆ, ਮੇਰੇ ਕੋਲ ਗਰੰਟੀ ਨਹੀਂ ਤੂੰ ਠੀਕ ਹੋ ਜਾਏਗਾ। ਧਰਮ ਸਾਡੇ ਕੋਲ ਹੈ, ਗਾਇਬ ਵਾਲਾ ਧਰਮ ਹੈ। ਅਸੀਂ ਵਿਥਾਂ ਬਹੁਤ ਪਾ ਜਾਂਦੇ ਹਾਂ, ਵਿੱਚ ਫਰਕ ਪੈ ਜਾਂਦਾ, ਉਦੋਂ ਫਿਰ ਉਹ ਜਿਹੜਾ ਪਿਛਲਾ ਕੀਤਾ ਕੰਮ ਉਹ ਵੀ ਨਸ਼ਟ ਹੋ ਜਾਂਦਾ ਸਾਰਾ। ਤਾਂ ਕਹਿੰਦੇ ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਵਖਾਣੀ। ਉਹ ਬਾਣੀ ਸਭ ਤੋਂ ਉੱਤਮ ਹੈ ਜਿਸ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਉਸਤਤ ਵਡਿਆਈ ਕੀਤੀ ਜਾਂਦੀ ਹੈ ਰਸਨਾ ਦੁਆਰਾ। ਜਿਵੇਂ ਗੁਰੂ ਕੀ ਬਾਣੀ ਹੈ,
ਹਰ ਕੋ ਜਸੁ ਰਸਨ ਬਖਾਣੀ, ਸਗਲ ਥਾਨ ਤੇ ਉਹ ਊਤਮ ਥਾਨ, ਨਾਨਕ ਜਿਹ ਘਟ ਵਸੈ ਹਰ ਨਾਮ। ਸਾਰੇ ਥਾਂ ਧਰਤੀ ਤੇ ਜਿੰਨੇ ਧਾਰਮਿਕ ਅਸਥਾਨ ਨੇ, ਜਿੰਨੇ ਧਾਰਮਿਕ ਲੋਕ ਨੇ, ਉਹਨਾਂ ਵਿੱਚੋਂ ਕਿਹੜੇ ਥਾਂ ਚੰਗੇ ਹਨ? ਜਿਸ ਸਰੀਰ ਵਿੱਚ ਵਾਹਿਗੁਰੂ ਦਾ ਨਾਮ ਵਸਦਾ ਹੈ, ਉਹ ਜਿੱਥੇ ਨਿਵਾਸ ਕਰਦਾ, ਜਿਹਨੂੰ ਕਬੀਰ ਜੀ ਕਹਿੰਦੇ ਕਹੋ ਕਬੀਰ ਹੋਂ ਭਇਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਤੀਰਥ ਕਾਹਦੇ ਨਾਲ ਬਣੇ ਨੇ? ਨਾਮ ਜਪਣ ਵਾਲਿਆਂ ਕਰਕੇ ਬਣੇ। ਤਾਂ ਐਸੇ ਲੋਕ ਪ੍ਰਵਾਨ ਨੇ, ਉਹ ਥਾਂ ਪਵਿੱਤਰ ਨੇ। ਸਤਿਗੁਰੂ ਐਸਾ ਉਪਦੇਸ਼ ਕਰਦੇ ਨੇ। ਆਓ ਇੱਕ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ। ਮਨ ਆਪਣੇ ਤੇ ਬੁਰਾ ਮਿਟਾਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਮਨ ਆਪਣੇ ਤੇ ਬੁਰਾ ਮਿਟਾਨਾ। ਪੇਖੈ ਸਗਲ ਸ੍ਰਿਸ਼ਟ ਸਾਜਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ। ਮਨ ਆਪਣੇ ਤੇ ਬੁਰਾ ਮਿਟਾਨਾ, ਮਨ ਆਪਣੇ ਤੇ ਬੁਰਾ ਮਿਟਾਨਾ। ਸੋ ਇਸ ਢੰਗ ਨਾਲ ਸਤਿਗੁਰੂ ਗੁਰੂ ਅਰਜਨ ਦੇਵ ਜੀ ਬਖਸ਼ਿਸ਼ਾਂ ਕਰ ਰਹੇ ਨੇ। ਕੱਲ੍ਹ ਦੇ ਦੀਵਾਨ ਵਿੱਚ ਵੀ ਆਪਾਂ ਇਸ ਬਾਣੀ ਦੀ ਵਿਚਾਰ ਕਰਾਂਗੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।